ਲੋਕਰਾਣ ਚੈਨਲ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ। ਸਿੱਧੇ ਸਵਾਲ ਵਿੱਚ ਅੱਜ ਮੇਰੇ ਨਾਲ ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ। ਕਿਸਾਨ ਅੰਦੋਲਨ 3 ਮਹੀਨੇ ਤੋਂ ਉੱਪਰ ਹੋ ਚੁੱਕਿਆ। ਪ੍ਰਧਾਨ ਮੰਤਰੀ ਸਾਹਿਬ ਬੜੀ ਵਾਰ ਮਨ ਕੀ ਬਾਤ ਕਰ ਚੁੱਕੇ ਨੇ, ਪਰ ਹੁਣ ਕਿਹਾ ਜਾ ਰਿਹਾ ਕਿ ਪ੍ਰਧਾਨ ਮੰਤਰੀ ਸਾਹਿਬ किसान की बात करो। बेरोज़गारी जी बढ़ती जा रही है, जॉब की बात करो। ट्विटर के उत्ते मसले ट्रेंड हो रहे हैं, लगातार सरकार तो सवाल पूछे जा रहे हैं। आखिरकार बेरोज़गारी का कारण की है? जदों ਵੱਡੇ ਵੱਡੇ ਦਾਅਵੇ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ, ਨੌਜਵਾਨਾਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਹੁੰਦੀ ਹੈ, ਪਰ ਨੌਜਵਾਨੀ ਤਾਂ ਬੇਰੁਜ਼ਗਾਰ ਹੈ, ਭਾਵੇਂ ਉਹ ਪੰਜਾਬ ਦੀ ਹੋਵੇ, ਦੇਸ਼ ਦੀ ਹੋਵੇ। ਇਹ ਸਾਰਿਆਂ ਉੱਤੇ ਵਿਚਾਰ ਕਰਾਂਗੇ। ਦੂਜੀ ਗੱਲ ਇਹ ਕਿ ਅੰਦੋਲਨ ਦੇ ਵਿਚਾਲੇ केंद्र सरकार ने बजट पेश किया सी, उस तो बाद हुण पंजाब सरकार दी वारी है। पंजाब सरकार अपना बजट पेश करन जा रही है। सरकार ने किसानां लई पहलां की कीता, पंजाब दी सरकार ने अग्गों की करन दी प्लैनिंग है, गफ्फे किस तरह दे दित्ते जा सकदे ने, किसान सबसिडियां दे उत्ते, सब दे उत्ते असीं गलबात करांगे। डॉक्टर साहब तुहाडा स्वागत है लोकरंज चैनल पंजाब। बहुत धन्यवाद सुखिंदर जी तुहाडा ते तुहाडे चैनल दा, जिसने मैनूं अपने दर्शकों के अपने जो व्यूअर ने उन्हें रूबरू कराया हैगा। बहुत प्यार भरी सत श्री अकाल, आदाब, नमस्कार जी। डॉक्टर साहब, किसान अंदोलन दे विचाले बेरोज़गारी का मुद्दा, किसानां दे मन की बात जिहड़ी प्रधान मंत्री साहब ने हुण तक कीती नहीं, इनू सारे नूं किद्दां देखदे हो? देखो इस वेले की है कि देयर इज़ टोटल डिसकनैक्ट, मतलब एक बिल्कुल तोड़ विछोड़ा हो चुकिया लोक हितां दा ते सरकार दा। सरकार इस करके बनाई जाती है कि जिहड़ी उहदी जनता है, मुल्क दी, देश दे लोक ने, जे उहनूं चुन के भेजदे ने, ਉਹ ਉਹਨਾਂ ਦੇ ਹਿੱਤਾਂ ਦੀ, ਉਹਨਾਂ ਦੇ ਭਵਿੱਖ ਦੀ, ਉਹਨਾਂ ਦੇ ਜਿਹੜੀਆਂ ਕਾਰੋਬਾਰ ਦੀ, ਉਹਨਾਂ ਦੀ ਰਖਵਾਲੀ ਕਰੇ, ਉਹਨੂੰ ਵਧਾਵਾ ਕਰੇ, ਉਹਨਾਂ ਦੀ ਖੁਸ਼ਹਾਲੀ ਲੈ ਕੇ ਆਵੇ। ਪਰ ਆਪਾਂ ਦੇਖਿਆ ਕਿ ਚਾਹੇ ਉਹ ਰਾਜ ਸਰਕਾਰਾਂ ਹੋਣ, ਚਾਹੇ ਉਹ ਖਾਸ ਤੌਰ 'ਤੇ ਹੁਣ ਜੋ ਕੇਂਦਰ ਸਰਕਾਰ ਹੈ, ਉਸ ਦਾ ਟੋਟਲ ਡਿਸਕਨੈਕਟ ਹੈ ਵਿਦ ਦ ਵੈਲਫੇਅਰ ਆਫ ਦ ਪੀਪਲ। ਚਾਹੇ ਬੇਰੁਜ਼ਗਾਰੀ ਦਾ ਮਾਮਲਾ ਹੋਵੇ, ਚਾਹੇ ਕਿਸਾਨੀ ਦਾ ਮਾਮਲਾ ਹੋਵੇ, ਚਾਹੇ ਉਹ ਮਤਲਬ ਗਰੋਥ ਦਾ ਮਾਮਲਾ ਹੋਵੇ, ਚਾਹੇ ਉਹ ਔਰਤਾਂ ਦੇ ਹੋ ਰਹੇ ਜ਼ੁਲਮਾਂ ਦਾ ਮਾਮਲਾ ਹੋਵੇ, ਚਾਹੇ ਦਲਿਤਾਂ ਜਾਂ ਹੋਰ ਜਿਹੜੇ ਹਾਸ਼ੀਅਤ ਘੇਲੇ ਹੋਏ ਵਰਗ ਹੈ ਉਹਨਾਂ ਦੇ ਭਲਾਈ ਦਾ ਮਾਮਲਾ ਹੋਵੇ, ਜਿਨ੍ਹਾਂ 'ਚ ਆਦੀਵਾਸੀ ਹੈਗੇ ਹੈ, ਮਛੁਆਰੇ ਹੈਗੇ ਹੈ, ਉਹਨਾਂ ਸਾਰਿਆਂ ਮਾਮਲਿਆਂ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਮੁਕੰਮਲ ਪੱਲਾ ਝਾੜ ਚੁੱਕੀ ਹੈਗੀ ਹੈ। ਔਰ ਇਸ ਨੂੰ ਅਲੱਗ-ਅਲੱਗ ਕਦਮਾਂ ਰਾਹੀਂ ਮੁਕੰਮਲ ਰੂਪ ਵਿੱਚ ਪ੍ਰਾਈਵੇਟ ਸੈਕਟਰ ਦੇ ਹੱਥਾਂ ਦੇ ਦੇਣਾ ਚਾਹੁੰਦੀ ਹੈ, ਉਹਦੇ ਸੌਂਪ ਦੇਣਾ ਚਾਹੁੰਦੀ ਹੈ, ਉਹਨਾਂ ਰਹਿਮੋ ਕਰਮ 'ਤੇ ਛੱਡ ਦੇਣਾ ਚਾਹੁੰਦੀ ਹੈਗੀ ਹੈ। ਵਿੱਦਿਆ ਗਈ, ਸਿਹਤ ਗਈ, ਰੁਜ਼ਗਾਰ ਖਤਮ ਕਰ ਦਿੱਤਾ ਹੈਗਾ ਹੈ, ਅਤੇ ਦੇਸ਼ ਦਾ ਜੋ ਮਤਲਬ ਵਿਕਾਸ ਹੈਗਾ ਉਹਦੀ ਗਤੀ ਨਾ ਸਿਰਫ ਰੁਕੀ ਹੈ ਬਲਕਿ ਉਹ ਪਿੱਛੇ ਨੂੰ ਜਾ ਰਹੀ ਹੈ, ਜਿਹੜੀ ਗਰੋਥ ਰੇਟ ਹੈ ਉਸ ਤੋਂ ਪਤਾ ਲੱਗ ਜਾਂਦਾ ਹੈਗਾ ਕਿ ਦੇਸ਼ ਮਤਲਬ ਕਿਸ ਪਾਸੇ ਜਾ ਰਿਹਾ ਹੈਗਾ। ਜਿੱਥੇ ਤੱਕ ਕਿਸਾਨੀ ਦਾ ਤਲਕ ਹੈ, ਜੋ ਕਿਸਾਨੀ ਦੇ ਉੱਤੇ ਇਹ ਖਤਰਨਾਕ ਮਾਰੂ ਤਜਰਬਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ, ਇਹ ਤਜਰਬਾ ਹਿੰਦੁਸਤਾਨ 'ਚ ਕਾਰਗਰ ਸਾਬਤ ਹੋਣ ਵਾਲਾ ਨਹੀਂ ਹੈ। ਐਡੀ ਬੜੀ ਤਬਾਹੀ ਨੂੰ ਜਨਮ ਦੇਊਗਾ ਜਿਹੜੀ ਕਿਸੇ ਨੇ ਨਾ ਕਦੀ ਸੋਚੀ ਹੈਗੀ, ਨਾ ਕਿਆਸੀ ਹੈਗੀ ਹੈ। ਜੋ ਯੂਰਪ ਦਾ ਤਜਰਬਾ, ਜੋ ਨਾਰਥ ਅਮਰੀਕਾ ਦਾ ਤਜਰਬਾ, ਜੋ ਹਿੰਦੁਸਤਾਨ 'ਤੇ ਲੱਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਹਾਲਾਂਕਿ ਉੱਥੇ ਵੀ ਤਜਰਬਾ ਫੇਲ ਹੋਇਆ ਹੈਗਾ। ਅਮਰੀਕਾ 'ਚ ਅੱਜ ਕਿਸਾਨੀ ਕੋਈ ਚੰਗੀ ਹਾਲਤ 'ਚ ਨਹੀਂ ਹੈਗੀ, ਯੂਰਪ ਦੀ ਕਿਸਾਨੀ ਕੋਈ ਚੰਗੀ ਹਾਲਤ 'ਚ ਨਹੀਂ ਹੈ। ਇਹੀ ਕਾਰਨ ਹੈ ਕਿ ਯੂਰਪ ਦੀ ਕਿਸਾਨੀ, ਅਮਰੀਕਾ ਦੀ ਕਿਸਾਨੀ ਭਾਰਤੀ ਕਿਸਾਨਾਂ ਦੀ ਮਦਦ ਕਰ ਰਹੀ ਹੈ, ਉਹਨਾਂ ਦੀ ਹੌਸਲਾ ਦੇ ਰਹੀ ਹੈ, ਉਹਨਾਂ ਵੱਲ ਦੇਖ ਰਹੀ ਹੈਗੀ ਕਿ ਭਾਰਤੀ ਕਿਸਾਨ ਕਿਸ ਤਰ੍ਹਾਂ ਜਿਹੜੀ ਗਲੋਬਲ ਕੈਪੀਟਲ ਹੈ, ਜੋ ਕੌਮਾਂਤਰੀ ਵਿੱਤੀ ਸਰਮਾਇਆ ਹੈਗਾ, ਅਤੇ ਜੋ ਭਾਰਤੀ ਕਾਰਪੋਰੇਟ ਸੈਕਟਰ ਹੈ, ਅਤੇ ਜੋ ਭਾਰਤ ਦੀ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਉੱਠ ਖੜੀ ਹੋਈ ਹੈ, ਔਰ ਕਿਸ ਤਰ੍ਹਾਂ ਐਡੀ ਬੜੀ ਤਾਦਾਦ ਵਿੱਚ ਦੁਨੀਆ ਸਭ ਤੋਂ ਵੱਡਾ ਵਿਸ਼ਾਲ ਅੰਦੋਲਨ ਕੀਤਾ ਜਾ ਰਿਹਾ। ਦੁਨੀਆ ਭਰ ਦੀ ਨਿਗਾਹ ਇਸ ਗੱਲ 'ਤੇ ਟਿਕੀਆਂ ਹੋਈਆਂ। ਉਹ ਇਸ ਕਰਕੇ ਕਿ ਜੋ ਇਹ ਮੁਲਕ ਨੇ, ਇਹਨਾਂ ਵਿੱਚ ਜੇ ਤੁਸੀਂ ਹਿਸਟੋਰੀਕਲੀ ਇੰਡਸਟਰੀਅਲਾਈਜ਼ਡ ਹੋਏ ਨੇ, ਪਹਿਲਾਂ ਹਿੰਦੁਸਤਾਨ ਤੋਂ ਪਹਿਲਾਂ ਹੋਏ ਨੇ, ਵੱਡੀ ਪੱਧਰ ਇੰਡਸਟਰੀਅਲਾਈਜ਼ ਹੋਏ ਨੇ, ਅਤੇ ਅਮਰੀਕਾ ਦੇ 97% ਲੋਕੀ ਜਾਂ ਮੈਨੂਫੈਕਚਰਿੰਗ ਸੈਕਟਰ 'ਚ ਨੇ ਜਾਂ ਸਰਵਿਸ ਸੈਕਟਰ 'ਚ ਨੇ। ਸਿਰਫ 3% ਲੋਕੀ ਕਿਸਾਨੀ 'ਤੇ ਨਿਰਭਰ ਨੇ, ਸਿਰਫ 3%। ਅਤੇ ਯੂਰਪ ਦੇ ਚਾਹੇ ਜਰਮਨੀ ਹੈ, ਚਾਹੇ ਫਰਾਂਸ ਹੈ, ਚਾਹੇ ਉਹ ਬਾਕੀ ਕੰਟਰੀ ਨੇ, ਉਹਨਾਂ 'ਚ 92% ਲੋਕੀ, 92% ਲੋਕ ਜਿਹੜੇ ਹੈਗੇ ਆ ਉਹ ਮੈਨੂਫੈਕਚਰਿੰਗ 'ਚ ਨੇ ਜਾਂ ਸਰਵਿਸ ਸੈਕਟਰ 'ਚ ਨੇ। ਸਿਰਫ 8% ਲੋਕੀ ਕਿਸਾਨੀ 'ਤੇ ਨੇ, ਔਰ 3% ਅਮਰੀਕਨ ਨੂੰ, 8% ਯੂਰਪੀਅਨ ਨੂੰ, ਜੋ ਸਸਟੇਨ ਕੀਤਾ ਜਾ ਰਿਹਾ ਕਿਸਾਨੀ ਨੂੰ, ਉਹ ਹਾਈ ਸਬਸਿਡੀ ਦੇ ਕੇ $100 ਬਿਲੀਅਨਸ ਹਰ ਸਾਲ ਸਬਸਿਡੀ ਦੇ ਕੇ ਉਹਨਾਂ ਨੂੰ ਸਸਟੇਨ ਕੀਤਾ ਜਾ ਰਿਹਾ। ਅਤੇ ਹਿੰਦੁਸਤਾਨ ਦਾ ਹਾਲਤ ਬਿਲਕੁਲ ਉਲਟ ਹੈਗੀ ਹੈ। ਹਿੰਦੁਸਤਾਨ ਵਰਗੇ ਵਿਕਾਸਸ਼ੀਲ ਮੁਲਕਾਂ ਵਿੱਚ ਜਿੱਥੇ 58 ਤੋਂ ਲੈ ਕੇ 62% ਕਿਸਾਨੀ ਲੋਕ ਕਿਸਾਨੀ ਦੇ ਕਿੱਤੇ 'ਤੇ ਨਿਰਭਰ ਨੇ, ਰੁਜ਼ਗਾਰ ਵਾਸਤੇ ਵੀ, ਜੀਵਨ ਯਾਪਨ ਵਾਸਤੇ ਵੀ, ਉੱਥੇ ਕਾਨੂੰਨ ਲਾਗੂ ਕਰਨੇ ਕਿ ਹਿੰਦੁਸਤਾਨ ਦਾ ਜਿਹੜਾ ਐਗਰੀਕਲਚਰ ਪ੍ਰੋਡਕਸ਼ਨ ਹੈ, ਐਗਰੀਕਲਚਰ ਟਰੇਡ ਹੈ, ਐਗਰੀਕਲਚਰ ਮਾਰਕੀਟਿੰਗ ਹੈ, ਉਹ ਸਾਰੇ 'ਤੇ ਦੋ ਟੱਬਰਾਂ ਦਾ ਘਰਾਣੇ ਦਾ ਕਬਜ਼ਾ ਕਰਾ ਕੇ ਰਿਟੇਲ 'ਚ ਅੰਬਾਨੀ ਅਤੇ ਜਿਹੜੀ ਸਟੋਰੇਜ ਐਂਡ ਪਰਚੇਜ਼ ਹੈ ਉਹਦੀ ਅਡਾਨੀ, ਦੋਹਾਂ ਨੂੰ ਲਿਆ ਕੇ ਜੋ ਹਿੰਦੁਸਤਾਨ ਦੇ ਖੇਤੀ ਸੈਕਟਰ ਨਾਲ ਇਹ ਖੇਡ ਖੇਡੀ ਜਾ ਰਹੀ ਹੈਗੀ ਹੈ, ਇੱਥੇ ਤਬਾਹੀ ਦਾ ਕਾਰਨ ਬਣੂਗੀ। ਐਡੀ ਬੜੀ ਅਣਕਿਆਸਾ ਮਨੁੱਖੀ ਸੰਕਟ ਪੈਦਾ ਹੋਊਗਾ ਜਿਸ ਦੀ ਕੋਈ ਸੋਚ ਵੀ ਨਹੀਂ ਸਕਦਾ ਹੈਗਾ। ਔਰ ਨਾ ਸਿਰਫ ਕਿਸਾਨੀ
ਵੱਡੀ ਗੱਲ ਇਹ ਹੈ, ਅੱਜ ਮੈਨੂੰ ਇਸ ਗੱਲ ਦਾ ਦੁੱਖ ਹੁੰਦਾ ਹੈਗਾ ਕਿ ਜਿਨ੍ਹਾਂ ਲੋਕਾਂ ਨੂੰ, ਜਿਹੜੇ ਲੋਕੀ ਅਵੇਸਲੇ ਅੱਜ ਕਿਸਾਨੀ ਸੰਕਟ ਦੀ ਮਹੱਤਤਾ ਨਹੀਂ ਸਮਝ ਰਹੇ ਹੈਗੇ ਆ, ਉਹ ਹੈਗੇ ਆ, ਮੈਂ ਤਾਂ ਦੱਸ ਰਿਹਾ ਕਿ ਅਰਬਨ ਪੂਅਰ, ਰੂਰਲ ਪੂਅਰ, ਲੋਅਰ ਮਿਡਲ ਕਲਾਸ, ਛੋਟੇ ਮੁਲਾਜ਼ਮ, ਛੋਟੇ ਕਾਰੋਬਾਰੀ। ਸਭ ਤੋਂ ਵੱਡੀ ਸੈੱਟ ਜਿਹੜਾ ਤੀਜਾ ਕਾਨੂੰਨ ਹੈ, ਜਿਹੜਾ ਹੋਲਡਿੰਗ ਦੀ ਇਜਾਜ਼ਤ ਦਿੰਦਾ, ਲੱਖਾਂ ਟਨ ਅਨਾਜ ਜਮ੍ਹਾਂ ਕਰਨ ਦੀ ਇਜਾਜ਼ਤ ਦਿੰਦਾ ਹੈਗਾ। ਔਰ ਸਰਕਾਰ ਜੋ ਇਹ ਕਹਿੰਦੀ ਹੈ ਕਿ ਅਸੀਂ FCI ਨੂੰ ਡਿਸਬੈਂਡ ਕਰਕੇ ਜਿਹੜਾ PDS ਸਿਸਟਮ ਹੈ ਉਹ ਖਤਮ ਕਰਕੇ ਪ੍ਰਾਈਵੇਟ ਹੱਥਾਂ ਦੇ ਦੇਣਾ ਸਾਰਾ ਟਰੇਡ ਤੇ ਸਾਰੀ ਡਿਸਟਰੀਬਿਊਸ਼ਨ। ਉਸ ਤੋਂ ਬਾਅਦ ਅਸੀਂ ਲੋਕਾਂ ਦੇ ਖਾਤੇ 'ਚ ਪੈਸੇ ਪਾਇਆ ਕਰਾਂਗੇ ਤਾਂ ਕਿ ਓਪਨ ਮਾਰਕੀਟ 'ਚ ਆਪਣਾ ਮਾਲ ਲੈ ਲੈਣ। ਓਪਨ ਮਾਰਕੀਟ ਕਿਹਦੇ ਕੋਲ ਹੈ? ਉਹ ਚੰਦ ਦੇ ਘਰਾਨਿਆਂ ਕੋਲ ਹੈਗੀ ਹੈ। ਅਤੇ ਆਮ ਲੋਕਾਂ ਨੂੰ ਜਿਹੜਾ ਹੁਣ ਕਣਕ ਹੈਗੀ ਹੈ, ਜਿਹੜੀ ਸਬਸਿਡੀ ਕਣਕ ਹੈਗੀ ਹੈ, ਜਿਹੜੀ ਕਿਤੇ 2 ਰੁਪਏ ਕਿੱਲੋ, ਕਿਤੇ 3 ਰੁਪਏ ਕਿੱਲੋ ਸਰਕਾਰਾਂ ਦੇ ਰਹੀਆਂ ਹੈਗੀਆਂ, ਉਹ ਕਣਕ ਦਾ ਰੇਟ 60, 70, 80 ਰੁਪਏ ਕਿੱਲੋ 1, 2, 4 ਸਾਲ 'ਚ ਹੀ ਹੋਣ ਵਾਲਾ ਹੈਗਾ। ਸੋ ਸਭ ਤੋਂ ਵੱਡੀ ਮਾਰ ਜਿਹੜਾ ਅਰਬਨ ਪੂਅਰ ਹੈਗਾ, ਰੂਰਲ ਪੂਅਰ ਹੈਗਾ, ਛੋਟਾ ਮੁਲਾਜ਼ਮ ਹੈ, ਛੋਟਾ ਕਾਰੋਬਾਰੀ ਹੈਗਾ ਹੈ, ਜਾਂ ਛੋਟਾ ਜਿਹੜਾ ਧੰਦਾ ਕਰਨ ਵਾਲਾ ਲੋਕ ਹੈ, ਉਹਨਾਂ ਨੂੰ ਪੈਣ ਵਾਲੀ ਹੈ। ਸੋ ਇਸ ਦਾ ਮਤਲਬ ਹੈ ਕੁੱਲ ਮਿਲਾ ਕੇ ਨਾ ਸਿਰਫ 60-65% ਕਿਸਾਨੀ, ਜਿਹਦੇ 'ਚੋਂ ਵੱਡਾ ਹਿੱਸਾ 85% ਲੈਂਡ ਹੋਲਡਿੰਗ 2.5 ਏਕੜ ਜਾਂ 5 ਏਕੜ ਵਾਲੀਆਂ ਹੈਗੀਆਂ, ਉਹਨਾਂ ਨੇ ਮਰਨਾ ਹੈਗਾ, ਬਲਕਿ ਹਿੰਦੁਸਤਾਨ ਦੀ ਆਬਾਦੀ ਦਾ ਬਹੁਤ ਵੱਡਾ ਹਿੱਸਾ ਟੂ ਦਾ ਟਿਊਨ ਆਫ 1,20 ਕਰੋੜ ਲੋਕਾਂ ਨੂੰ ਇਸ ਦਾ ਸਿੱਧਾ ਅਸਰ ਪੈਣਾ ਹੈਗਾ ਹੈ। ਔਰ ਮੁਲਕ ਦੀ ਜਿਹੜਾ ਅੱਜ ਤੁਹਾਨੂੰ ਸੰਕਟ ਨਜ਼ਰ ਆ ਰਿਹਾ, ਇਹ ਤੋਂ ਕਈ ਗੁਣਾ ਜ਼ਿਆਦਾ ਸੰਕਟ ਮੁਲਕ 'ਚ ਭੁੱਖਮਰੀ ਦਾ, ਬਿਮਾਰੀ ਦਾ, ਅਨਪੜ੍ਹਤਾ, ਜਹਾਲਤ ਦਾ ਸੰਕਟ ਜਿਹੜਾ ਹੈਗਾ ਉਹ ਮੁਲਕ ਅੱਗੇ ਮੂੰਹ ਅੱਡੀ ਖੜਾ ਹੈਗਾ ਜੀ। ਡਾਕਟਰ ਸਾਹਿਬ, ਜਦੋਂ ਆਪਾਂ ਬੇਰੁਜ਼ਗਾਰੀ ਦੀ ਗੱਲ ਕਰਦੇ ਹਾਂ, ਕਾਰਪੋਰੇਟ ਸੈਕਟਰ ਦੀ ਇੱਕ ਨਜ਼ਰ ਇਹ ਵੀ ਹੈ ਕਿ ਅਸੀਂ ਪੇਂਡੂ ਜਿਹੜੇ ਲੋਕ ਨੇ ਉਹਨਾਂ ਨੂੰ ਪਲਾਇਨ ਕਰਾ ਕੇ ਸ਼ਹਿਰਾਂ ਵਿੱਚ ਲਿਆ ਕੇ ਉੱਧਰਲੇ ਪਾਸੇ ਅਸੀਂ ਰੁਜ਼ਗਾਰ ਉੱਥੇ ਖੜਾ ਕਰੀਏ, ਦੂਜੇ ਪਾਸੇ ਉਹ ਮਜ਼ਦੂਰੀ ਐਕਟ ਵੀ ਤੁਸੀਂ ਦੇਖਿਆ ਹੋਣਾ। ਇਹਨੂੰ ਕਿੱਦਾਂ ਦੇਖਦੇ ਹੋ ਕਿ ਇਸ ਪਾੜੇ ਨੂੰ ਖਤਮ ਕਰਨ ਲਈ ਸਰਕਾਰਾਂ ਕਿਉਂ ਨਹੀਂ ਕੁਝ ਕਰ ਰਹੀਆਂ ਬੇਰੁਜ਼ਗਾਰੀ ਨੂੰ ਖਤਮ ਕਰਨ ਲਈ? ਦੇਖੋ, ਇਹ ਬੜੀ ਇੰਟਰਸਟਿੰਗ ਗੱਲ ਦੱਸਦਾ ਕਿ ਜਿਨ੍ਹਾਂ ਸਾਲਾਂ ਵਿੱਚ ਯੂਰਪ ਤੇ ਨਾਰਥ ਅਮਰੀਕਾ ਜਾਂ ਦੁਨੀਆ ਦੇ ਜਿਹੜੇ ਵਿਕਸਿਤ ਮੁਲਕ ਸੀ, ਉਹਨਾਂ ਦੀ ਕਿਸਾਨੀ ਨੇ ਇੰਡਸਟਰੀ ਨੂੰ ਪਲਾਨ ਕੀਤਾ। ਉਸ ਵੇਲੇ ਜਿਹੜੀ ਇੰਡਸਟਰੀ ਸੀਗੀ ਉਹ ਲੇਬਰ ਇੰਟੈਂਸਿਵ ਸੀਗੀ, ਉਹ ਟੈਕਨੋਲੋਜੀ ਇੰਟੈਂਸਿਵ ਨਹੀਂ ਸੀਗੀ, ਲੇਬਰ ਇੰਟੈਂਸਿਵ ਇੰਡਸਟਰੀ ਸੀ। ਤਾਂ ਕਿਸਾਨ ਅਬਜ਼ੋਰਬ ਹੋ ਗਏ, ਖੇਤੀਬਾੜੀ ਨੂੰ ਛੱਡ ਕੇ ਅਬਜ਼ੋਰਬ ਹੋ ਗਏ ਕਿਸਾਨ। ਜਿਹੜਾ ਅੱਜ ਦਾ ਯੁੱਗ ਹੈ ਇਹ ਕੈਪੀਟਲ ਇੰਟੈਂਸਿਵ ਹੈਗਾ, ਇਹ ਟੈਕਨੋਲੋਜੀ ਇੰਟੈਂਸਿਵ ਹੈਗਾ। ਇੰਡਸਟਰੀ ਖੁੱਲ੍ਹਦੀ ਹੈ 5,000 ਕਰੋੜ ਰੁਪਏ ਦੀ, ਅਤੇ ਰੁਜ਼ਗਾਰ ਪੈਦਾ ਹੁੰਦਾ 200 ਬੰਦੇ ਵਾਸਤੇ। ਬੜੀਆਂ ਮਤਲਬ ਅਸੈਂਬਲੀ ਲਾਈਨਸ ਹੈਗੀਆਂ, ਟੈਕਨੋਲੋਜੀ ਜਾਂ ਕੰਪਿਊਟਰ ਇੰਨੀ ਪ੍ਰਸੀਜ਼ਨ ਨਾਲ ਮਸ਼ੀਨਾਂ ਫਿੱਟ ਟਕ ਫਿੱਟ ਕਰੀ ਜਾਂਦੇ ਹੈਗੇ ਕਿ ਮਨੁੱਖ ਦਾ ਕੰਮ ਹੀ ਘਟਦਾ ਜਾ ਰਿਹਾ। ਉੱਤੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਰਹੀ ਹੈ, ਆਰਟੀਫਿਸ਼ੀਅਲ ਇੰਟੈਲੀਜੈਂਸ ਕਿ ਮਨੁੱਖ ਵਿੱਚੋਂ ਗਾਇਬ ਕਰ ਦੇਣਾ, ਕਿ ਕੰਪਿਊਟਰ ਬਹੁਤ ਸਾਰੇ ਕੰਮ ਸਾਂਭ ਲਊਗਾ ਜਿਹੜਾ ਪਹਿਲਾਂ ਮਨੁੱਖ ਕਰਦੇ ਹੁੰਦੇ ਸੀਗੇ। ਸੋ ਅੱਜ ਜਦੋਂ ਯੁੱਗ ਜਿਹੜਾ ਹੈਗਾ ਟੈਕਨੋਲੋਜੀ ਮਤਲਬ ਡੋਮੀਨੇਟਡ ਹੈਗਾ ਆ, ਕਿ ਟੈਕਨੋਲੋਜੀ ਇੰਟੈਂਸਿਵ ਹੈਗਾ ਆ, ਹਾਈਟੈਕ ਹੈਗਾ ਆ, ਅੱਜ ਜੋਬ ਕ੍ਰੀਏਸ਼ਨ ਉਸ ਲੈਵਲ ਨਾਲ ਨਹੀਂ ਹੋ ਸਕਦੀ ਜਿਸ ਲੈਵਲ ਨਾਲ ਕਿਸਾਨੀ ਨੇ ਉੱਜੜਨਾ ਹੈਗਾ। ਸੋ ਇਹ ਕਿਸਾਨੀ ਭੁੱਖਮਰੀ ਦਾ ਸ਼ਿਕਾਰ ਹੋਊਗੀ, ਇਹਦੇ ਕੋਲ ਵਿੱਦਿਆ ਖੁੱਸੂਗੀ, ਰੁਜ਼ਗਾਰ ਖੁੱਸੂਗਾ, ਬੱਚੇ ਮਤਲਬ ਖੁੱਸੂਗਾ। ਸੋ ਇਸ ਕਰਕੇ ਇਹ ਸੋਚਣਾ ਗਲਤ ਹੈਗਾ ਕਿ ਜਿਹੜਾ ਇੰਡੀਅਨ ਜਿਹੜਾ ਪ੍ਰੈਜ਼ੈਂਟ ਕਾਰਪੋਰੇਟ ਮਾਡਲ ਆਫ ਪ੍ਰੋਡਕਸ਼ਨ ਹੈਗਾ ਆ, ਜਿਹੜਾ ਪ੍ਰੈਜ਼ੈਂਟ ਮਾਡਲ ਪ੍ਰੋਡਕਸ਼ਨ ਹੈ, ਇਹ ਰੁਜ਼ਗਾਰ ਦੇ ਪਾਊਗਾ? ਬਿਲਕੁਲ ਨਹੀਂ ਦੇ ਪਾਊਗਾ। ਇਹ ਲੋਕਾਂ ਨੂੰ ਭੁੱਖੇ ਮਰਨ ਦੀ ਹਾਲਤ 'ਤੇ ਛੱਡੂਗਾ। ਜਿੰਨੀ ਕਿਸਾਨੀ ਦਾ ਉਜਾੜਾ ਹੋਊਗਾ, ਉਹ ਕਿਸਾਨੀ ਕੋਲ ਕੋਈ ਰਸਤਾ ਨਹੀਂ ਹੈ, ਹੋਰ ਖੁਦਕਸ਼ੀਆਂ ਵਧਣਗੀਆਂ, ਹੋਰ ਪਲਾਇਨ ਵਧੂਗਾ ਪੰਜਾਬ ਵਰਗੇ ਸੂਬਿਆਂ 'ਚੋਂ, ਹੋਰ ਲੋਕੀ ਰਸਤੇ ਲੱਭਣਗੇ। ਪਰ ਘੱਟੋ ਘੱਟ ਜਿਹੜਾ ਇਹ ਸਰਕਾਰ ਸੋਚੀ ਬੈਠੀ ਹੈ, ਜਦੋਂ ਇਹ ਮਾਡਲ ਬਣਾਇਆ ਜਾ ਰਿਹਾ ਕਿ ਕਿਸਾਨੀ ਨੂੰ ਪਿੜੋਂ ਕੱਢ ਕੇ ਜਾਂ ਉਹਨੂੰ ਆਪਣੇ ਫੀਲਡ 'ਚੋਂ ਕਿਸਾਨੀ 'ਚੋਂ ਕੱਢ ਕੇ ਇੰਡਸਟਰੀ ਲੈ ਜਾਵਾਂਗੇ, ਇੰਡਸਟਰੀ ਦਾ ਅਬਜ਼ੋਰਬ ਹੀ ਨਹੀਂ ਹੋ ਸਕਦੀ। ਔਰ ਜਿਹੜੀ ਅੱਜ ਦੀ ਇੰਡਸਟਰੀ ਆ ਉਹ ਬਿਲਕੁਲ ਅਬਜ਼ੋਰਬ ਨਹੀਂ ਕਰ ਸਕਦੀ ਹਿਊਮਨ ਲੇਬਰ ਨੂੰ। ਜੀ ਬਿਲਕੁਲ, ਜਿਸ ਤਰੀਕੇ ਦੇ ਨਾਲ ਕਿਸਾਨੀ ਅੰਦੋਲਨ ਦੇ ਵਿਚਾਲੇ ਇਹ ਗੱਲਾਂ ਉੱਠਦੀਆਂ ਬੇਰੁਜ਼ਗਾਰੀ ਦੀਆਂ, ਤਾਂ ਬੇਰੁਜ਼ਗਾਰੀ ਦੀ ਮਾਰ ਜਿਵੇਂ ਡਾਕਟਰ ਸਾਹਿਬ ਆਮ ਲੋਕਾਂ ਨੂੰ ਵੀ ਝੱਲਣੀ ਪੈਣੀ ਹੈ। ਆਮ ਲੋਕਾਂ ਦੇ ਵਿੱਚ ਵੀ ਖੁਦਕੁਸ਼ੀਆਂ ਦਾ ਰੁਝਾਨ ਇਸੇ ਤਰ੍ਹਾਂ ਆਉਣਾ, ਕਿਉਂਕਿ ਭੁੱਖਮਰੀ ਹੋਣੀ ਹੈ। ਜਦੋਂ ਪੈਸੇ ਜੇਬ 'ਚ ਨਹੀਂ, ਪੱਲੇ ਨਹੀਂ ਧੇਲਾ, ਤੇ ਫਿਰ ਕਰਨਗੇ ਕੀ ਲੋਕ? ਜਦੋਂ 100 ਰੁਪਏ ਲੀਟਰ ਤੇਲ ਮਿਲਦਾ, ਅਤੇ ਉੱਧਰੋਂ ਕਿਸਾਨਾਂ ਨੇ ਵੀ ਐਲਾਨ ਡਾਕਟਰ ਸਾਹਿਬ ਕਰ ਦਿੱਤਾ, ਉਹ ਕਹਿੰਦੇ ਵੀ 100 ਰੁਪਏ ਲੀਟਰ ਅਸੀਂ ਦੁੱਧ ਦੇਣ ਨੂੰ ਫਿਰ ਤਿਆਰ ਹਾਂ, ਸਾਡਾ ਵੀ ਲਓ ਫਿਰ। ਬਿਲਕੁਲ ਜੀ, ਉਹਨਾਂ ਨੂੰ ਐਲਾਨ ਕਰ ਦਿੱਤਾ। ਹਾਲਾਂਕਿ ਟਕੈਤ ਸਾਹਿਬ ਨੇ ਐਲਾਨ ਕੀਤਾ ਹੈਗਾ ਕਿ ਉਹਨਾਂ ਦਾ ਸਾਂਝਾ ਜਥੇਬੰਦਕ ਫੈਸਲਾ ਨਹੀਂ ਹੈਗਾ ਹੈ, ਪਰ ਫਿਰ ਵੀ ਚਲੋ ਇੱਦਾਂ ਦੇ ਰਿਐਕਸ਼ਨ ਆ ਸਕਦੇ ਆ, ਟੈਂਪਰੇਰੀ ਰਿਐਕਸ਼ਨ ਹੁੰਦੇ ਹੈਗੇ। ਕਿਉਂਕਿ ਜਿਸ ਤਰ੍ਹਾਂ ਸਰਕਾਰ ਸੰਵੇਦਨਸ਼ੀਲਤਾ ਦੀ ਘਾਟ ਹੈ, ਸਰਕਾਰ ਜਿਸ ਤਰ੍ਹਾਂ ਸਰਕਾਰ ਅਣਗੌਲਿਆਂ ਕਰ ਰਹੀ ਹੈ ਕਿਸਾਨ ਸੰਘਰਸ਼ ਨੂੰ, ਔਰ ਘੇਸਲ ਮਾਰੀ ਬੈਠੀ ਹੈਗੀ ਹੈ, ਉਸ ਵਿੱਚੋਂ ਮਤਲਬ ਜਿਹੜੇ ਬਿਆਨ ਨੇ ਇਸ ਤਰ੍ਹਾਂ ਦੇ ਮਤਲਬ ਕਿਸਾਨੀ ਦੇ ਗੁੱਸੇ ਵਾਲੇ, ਰਿਐਕਸ਼ਨ ਵਾਲੇ, ਉਹ ਬਿਆਨ ਆ ਰਹੇ ਨੇ ਹੈਗਾ। ਪਰ ਉਹਨਾਂ ਨੂੰ ਮਤਲਬ ਅਮਲੀ ਜਾਮਾ ਕਿਵੇਂ ਪਹਿਨਾਇਆ ਜਾਊਗਾ, ਕਿਵੇਂ ਹੋਊਗਾ, ਇਹ ਤਾਂ ਸਮਾਂ ਦੱਸੂਗਾ। ਪਰ ਮੈਂ ਸਮਝਦਾ ਕਿ ਕਿਸਾਨਾਂ 'ਚ ਗੁੱਸਾ ਬਹੁਤ ਹੈਗਾ, ਆਮ ਲੋਕਾਂ 'ਚ ਵੀ ਗੁੱਸਾ ਵੱਧਦਾ ਜਾ ਰਿਹਾ ਹੈਗਾ। ਤੁਹਾਨੂੰ ਮੈਂ ਇੰਟਰਸਟਿੰਗ ਦੱਸਦਾ ਕਿ ਕੱਲ੍ਹ ਦੀ ਪਰਸੋਂ ਦੀ ਖਬਰ ਹੈ ਕਿ ਜਲੰਧਰ ਵਿੱਚ
ਪਿਛਲੇ ਸਾਲਾਂ 'ਚ 2-3 ਸਾਲਾਂ 'ਚ 30,000 ਲੋਕ ਹਰ ਸਾਲ ਬਿਜਲੀ ਬਿੱਲ ਦੇਣ ਤੋਂ ਬਾਅਦ ਉਹ ਡਿਫਾਲਟਰ ਹੋਏ ਨੇ ਤੇ ਇਸ ਸਾਲ ਉਹ ਗੁਰੀ ਗਿਣਤੀ ਆ ਤਿੱਗਣੀ ਹੋ ਗਈ ਹੈ। ਸੋ 1,20,000 ਲੋਕਾਂ ਦੀ 31 ਮਾਰਚ ਤੱਕ ਜੇ ਬਿਜਲੀ ਬਿੱਲ ਜਮ੍ਹਾਂ ਨਾ ਕਰਾਏ ਤਾਂ ਜਲੰਧਰ ਸ਼ਹਿਰ 'ਚੋਂ 4 ਡਿਵੀਜ਼ਨਾਂ ਵਿੱਚੋਂ 1,30,000 ਲੋਕਾਂ ਦੇ ਘਰਾਂ ਦੀ ਬਿਜਲੀ ਕੱਟੀ ਜਾਊਗੀ ਬਿਜਲੀ ਬਿੱਲਾਂ ਕਰਕੇ। ਹਾਂ, ਉਹਨਾਂ ਨੇ ਕਿਹਾ, ਉਹਨਾਂ ਨੇ ਜਿਹੜਾ ਸਰਕਲ ਅਫਸਰ ਨੇ ਕਿਹਾ ਕਿ ਅਸੀਂ ਹੁਸ਼ਿਆਰਪੁਰ ਤੋਂ ਮੰਗਾ ਕੇ ਲੇਬਰ ਤੇ ਹੋਰ ਜਲੰਧਰ ਦੀ ਲੇਬਰ ਇਕੱਠੀ ਕਰਕੇ ਸਾਰੇ ਅਸੀਂ ਬਿਜਲੀ ਕੱਟਾਂਗੇ। 1,20,000 ਲੋਕਾਂ ਇਲੈਕਸ਼ਨ ਕੱਟੇ। ਸੋ ਇੱਦਾਂ ਦਾ ਸੰਕਟ ਸਿਰ 'ਤੇ ਖੜਾ ਮਿਡਲ ਕਲਾਸ ਵਾਸਤੇ। ਮਿਡਲ ਕਲਾਸ ਵੀ ਮਤਲਬ ਇਸ ਵੇਲੇ ਮੈਂ ਡਾਕਟਰ ਦੇ ਤੌਰ ਦੱਸਦਾ, ਮਿਡਲ ਕਲਾਸ ਦੇ ਵਸੋਂ ਡਾਕਟਰੀ ਸੇਵਾਵਾਂ ਲੈਣੀਆਂ ਬਾਹਰ ਹੋ ਚੁੱਕੀਆਂ। ਕੋਈ ਮਿਡਲ ਕਲਾਸ ਦਾ ਬੰਦਾ ਅੱਜ ਕਾਰਪੋਰੇਟ ਸੈਕਟਰ, ਹੌਸਪੀਟਲ, ਸਰਕਾਰੀ ਸੈਕਟਰ ਫੇਲ ਹੈ। ਉੱਥੇ ਨਾ ਤਾਂ ਸੁਵਿਧਾਵਾਂ ਹੈਗੇ, ਨਾ ਉਹ ਸਕਿੱਲ ਹੈ, ਨਾ ਉਹ ਟੈਕਨੋਲੋਜੀ ਹੈਗੀ ਹੈ। ਪ੍ਰਾਈਵੇਟ ਸੈਕਟਰ ਕੋਲ ਸਕਿੱਲ ਵੀ ਹੈਗੀ, ਟੈਕਨੋਲੋਜੀ ਵੀ ਹੈਗੀ ਹੈ ਅਤੇ ਉਹ ਉੱਥੇ ਇੱਕ ਕੋਈ ਮਰੀਜ਼ ਨੂੰ ਜਾਣਾ ਪੈ ਜਾਏ, ਤੁਹਾਡੇ ਮੇਰੇ ਵਰਗੇ ਨੂੰ, ਮੱਧ ਵਰਗ ਨੂੰ, ਤਾਂ ਜਾਂ ਤਾਂ ਲੋਨ ਚੱਕ ਕੇ ਜਾਂਦਾ ਹੈਗਾ ਜਾਂ ਕੋਈ ਹੋਰ ਵਸੀਲਾ ਕਰਕੇ ਆਪਣਾ ਕੋਈ ਘਰ-ਬਾਰ ਵੇਚ ਕੇ ਜਾਂਦਾ, ਜ਼ਮੀਨ ਦਾ ਟੋਟਾ ਵੇਚ ਕੇ ਜਾਂਦਾ। ਮਤਲਬ ਪੰਜਾਬ 'ਚ ਕਰਜ਼ਾਈ ਹੋਣ ਦਾ ਇੱਕ ਕਾਰਨ ਮਹਿੰਗਾ ਡਾਕਟਰੀ ਇਲਾਜ ਹੈਗਾ। ਬਿਲਕੁਲ ਸੱਚੀ ਗੱਲ ਹੈ ਡਾਕਟਰ ਸਾਹਿਬ। ਇਹ ਅਸੀਂ ਵੀ ਲੋਕ ਤਜਰਬਾ ਜ਼ਰੂਰ ਕਰਦੇ ਹਾਂ ਘਰਾਂ ਦੇ ਵਿੱਚ। ਡਾਕਟਰ ਸਾਹਿਬ, ਮੇਰੇ ਮਨ ਦੇ ਵਿੱਚ ਇੱਕ ਖਿਆਲ ਆ ਰਿਹਾ ਸੀ ਕਿ ਜਦੋਂ ਵਿਕਾਸ ਦਾ ਮਾਡਲ ਕਾਰਪੋਰੇਟ ਦਿਖਦੇ ਨੇ ਕਿ ਕਾਰਪੋਰੇਟ ਅਡਾਨੀ ਅੰਬਾਨੀ ਵਰਗੇ ਉਹਨਾਂ ਨੇ ਹੀ ਵਿਕਾਸ ਕਰਨਾ, ਉਹੀ ਦੇਸ਼ ਨੂੰ ਅੱਗੇ ਲਿਜਾ ਸਕਦੇ ਨੇ, ਉਹਨਾਂ ਦੇ ਹੱਥ ਪੂੰਜੀਪਤੀਆਂ ਦੇ ਹੱਥ ਸਾਰਾ ਕੁਝ ਫੜਾ ਦਿੱਤਾ ਦੇਸ਼ ਦਾ, ਫਿਰ ਸਰਕਾਰਾਂ ਦਾ ਕੰਮ ਕੀ ਹੈ? ਸਰਕਾਰਾਂ ਕਾਹਦੇ ਵਾਸਤੇ ਚੁਣੀਆਂ ਜਾਂਦੀਆਂ? ਫਿਰ ਸਰਕਾਰ ਦੀ ਲੋੜ ਹੀ ਨਹੀਂ। ਇਹ ਤੁਹਾਡਾ ਸਵਾਲ ਬਿਲਕੁਲ ਵਾਜਬ ਹੈ। ਸਰਕਾਰਾਂ, ਹੁਣ ਸਰਕਾਰ ਨੇ ਸੈਂਕਟਰੀ ਲੈ ਲਈ ਹੈ ਸਾਰੇ ਮੁਲਕ ਦੇ ਸਾਧਨਾਂ ਸਰੋਤਾਂ ਤੇ ਕੁੱਲ ਦੀ ਸੰਪਦਾ ਉੱਤੇ ਕਾਬਜ਼ ਹੋਣ ਦੀ, ਤੇ ਉਸ ਕਾਬਜ਼ ਹੋਣ ਨੂੰ ਲੋਕਾਂ ਦੇ ਹਿੱਤ ਵਾਸਤੇ ਵਰਤਣਾ ਜਾਂ ਕਾਰਪੋਰੇਟ ਹਿੱਤ ਵਾਸਤੇ ਵਰਤਣਾ, ਇਹ ਸਰਕਾਰ ਦੀ ਆਪਣੀ ਲੋਕਾਂ ਪ੍ਰਤੀ ਜੋ ਕਮਿਟਮੈਂਟ ਹੈਗੀ, ਜੋ ਪ੍ਰਤੀਬੱਧਤਾ ਹੈਗੀ ਹੈ, ਉਹਦੇ ਡਿਪੈਂਡ ਕਰਦਾ ਹੈਗਾ। ਮੌਜੂਦਾ ਸਰਕਾਰ ਦੀ 14 ਤੋਂ ਲੈ ਕੇ 19 ਤੱਕ ਜੋ ਪ੍ਰਤੀਬੱਧਤਾ ਹੈਗੀ, ਚਾਹੇ ਉਹ ਪਹਿਲਾਂ ਇਹਨਾਂ ਨੇ ਲੈਂਡ ਐਕੁਜੀਸ਼ਨ ਬਿੱਲ ਨੂੰ ਸੋਧਣ ਦੀ ਕੋਸ਼ਿਸ਼ ਕੀਤੀ ਹੈ, ਜਿਹੜਾ 13 'ਚ ਆਇਆ ਸੀਗਾ। ਉਸ ਤੋਂ ਬਾਅਦ ਇਹਨਾਂ ਨੇ ਇੰਡਸਟਰੀਅਲ ਜਿਹੜੇ ਬਿੱਲਾ ਹੈਗੇ ਉਹ ਬਦਲੇ ਹੈਗੇ ਹੈ। ਫਿਰ ਪਰਿਆਵਰਨ ਜਿਹੜੀਆਂ ਮਨਜ਼ੂਰੀਆਂ ਅਟਕੀਆਂ ਪਈਆਂ ਸੀ ਕਾਰਪੋਰੇਟ ਸੈਕਟਰ ਦੀਆਂ ਕਿੰਨੇ ਸਾਲਾਂ ਤੋਂ, ਉਹ ਕੀਤੀਆਂ ਹੈਗੀਆਂ। ਇਹਨਾਂ ਦੇ ਜੋ ਲੋਨਸ ਦੇ ਸੀਗੇ ਬਹੁਤ ਵੱਡੇ 7.5 ਲੱਖ ਕਰੋੜ ਦੇ ਲੋਨ ਕਾਰਪੋਰੇਟ ਸੈਕਟਰ ਦੇ, ਉਹ ਮਾਫ ਕੀਤੇ ਹੈਗੇ। ਹਾਲੇ ਕਿਸਾਨੀ ਦਾ ਲੋਨ ਸਾਰਾ 1.5-2 ਲੱਖ ਕਰੋੜ ਦਾ ਹੈਗਾ, ਉਹ ਨਹੀਂ ਮਾਫ ਕੀਤਾ। ਜਿਹਨਾਂ 60% ਲੋਕੀ ਇਨਵੋਲਵ ਸੀਗੇ, ਲੋਨ ਮਾਫ ਕੀਤਾ ਚੰਦ ਦੇ ਘਰਾਨਿਆਂ ਦਾ ਹੈਗਾ, ਉਹ ਲੋਨ ਮਾਫ ਕੀਤੇ ਹੈ। ਇਹਨਾਂ ਨੂੰ ਇਨਸੈਂਟੀਵਾਈਜ਼ ਕੀਤਾ ਹੈਗਾ। ਇਹਨਾਂ ਵਾਸਤੇ ਲੋਨ 4% 'ਤੇ ਹੈ, ਕਿਸਾਨੀ ਵਾਸਤੇ ਲੋਨ 11-12% 'ਤੇ ਹੈਗਾ। ਸੋ ਸਾਰਾ ਕੁਝ ਜਿਹੜੀਆਂ ਡਾਇਰੈਕਸ਼ਨ ਹੈਗੀ ਹੈ ਉਹ ਕਾਰਪੋਰੇਟ ਸੈਕਟਰ ਨੂੰ ਤਕੜਿਆਂ ਕਰਨ ਦੀ, ਉਹਨਾਂ ਦੇ ਹੱਥਾਂ 'ਚ ਮੁਲਕ ਦੀ ਬਾਗਡੋਰ ਸੰਭਾਲਣ ਦੀ, ਔਰ ਖੁਦ ਇੱਕ ਵਿਚੋਲੀਏ ਦੇ ਤੌਰ 'ਤੇ ਲੋਕਾਂ ਤੇ ਸਰਕਾਰ ਵਿਚਕਾਰ, ਲੋਕਾਂ ਦੇ ਕਾਰਪੋਰੇਟ ਵਿਚੋਲੀਏ ਤੌਰ 'ਤੇ ਰੋਲ ਅਦਾ ਕਰ ਰਹੀ ਹੈ, ਜਿਹ 'ਚ ਆਪ ਵੀ ਲਾਹਾ ਲੈਂਦੇ ਨੇ ਆਪਣੇ ਬੰਦਿਆਂ ਨੂੰ। ਕਿਵੇਂ ਆਪਾਂ ਤੁਸੀਂ ਦੇਖ ਲਓ, ਮੇਹੁਲ ਭਾਈ ਹੋਵੇ, ਮੇਹੁਲ ਚੌਕਸੀ ਹੋਵੇ, ਚਾਹੇ ਨੀਰਵ ਮੋਦੀ ਹੋਵੇ, ਚਾਹੇ ਜਿਹੜਾ ਪਹਿਲਾਂ ਮਾਲਿਆ ਹੋਵੇ, ਸਾਰੇ ਬਾਹਰਲੇ ਮੁਲਕਾਂ 'ਚ ਹਜ਼ਾਰਾਂ ਹਜ਼ਾਰ ਕਰੋੜ ਰੁਪਇਆ ਕੋਈ PNB ਬੈਂਕ ਘੁਟਾਲੇ 'ਚੋਂ, ਕੋਈ ਦੂਜੇ ਘੁਟਾਲੇ 'ਚੋਂ ਉਹ ਲੈ ਕੇ ਬਾਹਰ ਬੈਠੇ ਹੈਗੇ ਆ। ਸਰ ਇੱਥੇ ਮਤਲਬ ਆਪਾਂ ਦੇਖਦੇ ਹਾਂ ਕਿ ਜੇ ਕਿਸੇ ਦਾ ਮਤਲਬ ਮਾੜਾ ਜਿਹਾ ਕੋਈ ਕਰਜ਼ਾ ਹੈਗਾ ਹੈ ਤਾਂ ਉਹਨੂੰ ਚੁੱਕ ਕੇ ਉੱਥੇ ਘਰ ਦੇ ਬਾਹਰ ਨੋਟਿਸ ਚਿਪਕਾ ਜਾਂਦੇ ਹੈਗੇ, ਔਰ ਜਿਹੜੇ ਮਸਲਮੈਨ ਹੈ, ਗੁੰਡੇ ਰੱਖੇ ਜੋ ਭਰਤੀ ਕੀਤੇ ਹੋਏ, ਉਹ ਕਰਜ਼ਾ ਵਸੂਲੀ ਵਾਸਤੇ ਘਰ ਭੇਜਦੇ, ਰੋਜ਼ ਭੇਜਦੇ, ਆਮ ਲੋਕਾਂ ਨੂੰ ਜਲੀਲ ਕਰਦੇ ਹੈਗੇ। ਸੋ ਇਸ ਤਰ੍ਹਾਂ ਮਤਲਬ ਇਹ ਸਾਰੀ ਸਰਕਾਰ ਦਾ ਜੋ ਇਹ ਰਵੱਈਆ ਹੈਗਾ ਹੈ, ਇਹ ਲੋਕਾਂ ਦੇ ਵਿਰੋਧੀ ਹੈਗਾ ਹੈ। ਇਹ ਇੱਕ ਨਾਲ ਆਈਡੀਓਲੋਜੀਕਲੀ ਇੱਕ ਬਹੁਤ ਸੰਖਿਅਕਵਾਦ ਹੈ, ਮੈਜੋਰਿਟੇਰੀਅਨ ਸਟੇਟ ਹੈਗੀ ਹੈ, ਉਹ ਕਾਇਮ ਕਰਨ ਵਾਲਾ ਹੈਗਾ। ਘੱਟ ਗਿਣਤੀਆਂ ਨੂੰ ਡਰਾਉਣ ਵਾਲਾ ਹੈਗਾ। ਨੈਸ਼ਨੈਲਿਟੀ ਕੌਮਾਂ ਨੇ ਅਲੱਗ-ਅਲੱਗ ਮੁਲਕਾਂ ਜੋ ਦੇਸ਼ ਵਿੱਚ ਆਪਣੇ ਹੱਕਾਂ ਵਾਸਤੇ ਲੜਦੀਆਂ ਨੇ, ਉਹਨਾਂ ਨੂੰ ਡਰਾਉਣ ਵਾਲਾ ਹੈਗਾ। ਜਿੰਨੀਆਂ ਵਿਲੱਖਣਤਾਵਾਂ ਉਹ ਖਤਮ ਕਰਨ ਵਾਲਾ ਹੈਗਾ। ਔਰ ਦੇਸ਼ 'ਚ ਇੱਕ ਹਿੰਦੂ ਰਾਸ਼ਟਰਵਾਦ, ਜੋ ਜਿਹਨੂੰ ਹਿੰਦੂ ਰਾਸ਼ਟਰ ਕਹਿੰਦੇ ਹੈਗੇ ਆ, ਮਤਲਬ ਇੱਕ ਧਰਮ ਵਿਸ਼ੇਸ਼ ਦਾ ਰਾਜ, ਉਹ ਕਾਇਮ ਕਰਨ ਵਾਲਾ ਹੈਗਾ ਹੈ। ਜੀ ਡਾਕਟਰ ਸਾਹਿਬ, ਪੰਜਾਬ ਵੱਲ ਆਉਂਦੇ ਹਾਂ। ਪੰਜਾਬ ਸਰਕਾਰ ਬਜਟ ਪੇਸ਼ ਕਰਨ ਜਾ ਰਹੀ ਹੈ ਅਗਲੇ ਸਮੇਂ ਦੇ ਵਿੱਚ, ਅਗਲੇ ਕੁਝ ਦਿਨਾਂ ਦੇ ਵਿੱਚ 5 ਤਰੀਕ ਨੂੰ ਬਜਟ ਪੇਸ਼ ਹੋਣਾ। ਬਜਟ ਤੋਂ ਕਿਸ ਤਰ੍ਹਾਂ ਦੀਆਂ ਉਮੀਦਾਂ ਜਾਂ ਕੀ ਕੁਝ ਇਹੋ ਜਿਹਾ ਰੱਖਣਾ ਚਾਹੀਦਾ? ਹਾਲਾਂਕਿ ਦੱਸਿਆ ਜਾ ਰਿਹਾ ਕਿ ਇਹ ਬਜਟ ਜਿਹੜਾ ਕਿਸਾਨੀ ਦੇ ਇਰਦ ਗਿਰਦ ਹੀ ਘੁੰਮ ਸਕਦਾ, ਆਮ ਲੋਕ ਤਾਂ ਜੋ ਕੁਝ ਪਹਿਲਾਂ ਮਿਲਦਾ ਰਿਹਾ ਉਹੋ ਜਿਹਾ ਕੁਝ ਹੀ ਹੈ। ਦੇਖੋ, ਪੰਜਾਬ ਬਾਰੇ ਤਾਂ ਗੱਲ ਕਰਨ ਨੂੰ ਨਾ ਮਤਲਬ ਕਾਲਜਾ ਦਿਲ ਨੂੰ ਆਉਂਦਾ, ਮੋਹਰੇ ਆਉਂਦਾ ਹੈਗਾ, ਕਾਲਜਾ ਕੰਬਦਾ ਹੈਗਾ ਪੰਜਾਬ ਦੀ ਗੱਲ ਕਰਨ ਲੱਗਿਆ। 3.25 ਲੱਖ ਕਰੋੜ ਦਾ ਕਰਜ਼ਾਈ ਪੰਜਾਬ ਹੈਗਾ। ਟੈਕਸੇਸ਼ਨ ਸਾਰੀ ਸੈਂਟਰ ਕੋਲ ਹੈਗੀ। ਸਿਰਫ ਸ਼ਰਾਬ ਤੇ ਡੀਜ਼ਲ ਜਾਂ ਪੈਟਰੋਲ 2 ਟੈਕਸ ਹੈ ਪੰਜਾਬ ਕੋਲ, ਤੇ ਬੇਰੁਜ਼ਗਾਰੀ ਸਿਖਰਾਂ 'ਤੇ ਹੈ। ਐਗਰੀਕਲਚਰ ਸੰਕਟ ਹੈਗਾ, ਖੇਤੀਬਾੜੀ ਸੰਕਟ ਵਿੱਚ ਹੈਗੀ ਹੈ। ਮੁਲਾਜ਼ਮਾਂ ਨੂੰ ਪਿਛਲੇ 5 ਸਾਲ ਤੋਂ ਡੀਏ ਨਹੀਂ ਮਿਲ ਰਿਹਾ ਹੈਗਾ ਹੈ। ਸੋ ਹਰ ਵਰਗ 'ਚ ਬੇਚੈਨੀ ਹੈਗੀ ਹੈ, ਅਤੇ ਪੰਜਾਬ ਦੇ ਜਿਹੜੀ ਹਾਲਤ ਹੈਗੀ ਹੈ ਉਹ ਬਹੁਤ ਹੀ ਮਤਲਬ ਆਰਥਿਕ ਤੌਰ 'ਤੇ ਮਤਲਬ ਕੰਗਾਲੀ ਵਾਲੀ ਹੈਗੀ ਹੈ, ਦਿਵਾਲੀਆ ਹੋਣ ਵਾਲੀ ਹੈਗੀ ਹੈ। ਅਜਿਹਾ ਪੰਜਾਬ ਨਾ ਸਿਹਤ ਦੇ ਸਕਦਾ, ਨਾ ਵਿੱਦਿਆ ਦੇ ਸਕਦਾ, ਨਾ ਰੁਜ਼ਗਾਰ ਦੇ ਸਕਦਾ, ਨਾ ਕਿਸਾਨੀ ਨੂੰ ਰਾਹਤ ਦੇ ਸਕਦਾ ਹੈਗਾ। ਇਹ ਜਿਹੜੀਆਂ ਕੋਈ
ਕੋਈ ਮਤਲਬ ਸਿੰਬੋਲਿਕ ਕਾਰਵਾਈਆਂ ਹੋ ਸਕਦੀਆਂ ਹੈਗੀਆਂ ਕਿ ਵੀ ਰਾਹਤ ਤਾਂ ਹੁਣ ਕਰਜ਼ਾ ਮਾਫ ਕਰਨਾ ਸੀਗਾ, ਬਹੁਤ ਵੱਡੀ ਰਾਹਤ ਸੀਗੀ ਜੇ ਕਰ ਦਿੰਦੇ ਸਾਰਾ ਕਰਜ਼ਾ ਮਾਫ। ਰੁਜ਼ਗਾਰ ਦੇਣਾ ਸੀ ਘਰ ਘਰ, ਬਹੁਤ ਵੱਡੀ ਗੱਲ ਸੀ, ਘਰ 4 ਪੈਸੇ ਆਉਣਗੇ, ਕਿਸਾਨੀ ਵੀ ਆਪਣੇ ਭਾਰ ਸਮੇਂ ਸਿਰ ਖਾਦ ਲੈ ਸਕਦਾ, ਸਮੇਂ ਸਿਰ ਰੇਹ ਲੈ ਸਕਦਾ, ਨਗਦ ਸਮੇਂ ਸਿਰ ਆਪਣਾ ਲੋੜਾਂ ਪੂਰੀਆਂ ਕਰ ਸਕਦਾ, ਬਹੁਤ ਵੱਡੀ ਰਾਹਤ ਸੀ, ਘਰ ਘਰ ਰੁਜ਼ਗਾਰ ਦੇ ਦਿੰਦੇ ਹੈਗਾ। ਸੋ ਜਿਹੜੀਆਂ ਉਹ ਰਾਤਾਂ ਪਿਛਲੇ 5 ਸਾਲ ਦੀਆਂ ਰਾਤਾਂ ਕਿੱਥੇ ਗਈਆਂ ਜੀ, ਹੁਣ ਰਾਤਾਂ ਨਵੀਆਂ ਦੇਣੀਆਂ ਹੈਗੀਆਂ। ਰੁਜ਼ਗਾਰ ਤੋਂ ਵੱਡੀ ਕਿਹੜੀ ਰਾਹਤ ਸੀਗੀ। ਸੋ ਇਸ ਕਰਕੇ ਮਤਲਬ ਇਹ ਸਾਰਾ ਇਸ ਬਜਟ ਵਿੱਚ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਕੋਲ ਨਾ ਤਾਂ ਫੰਡ ਹੈਗੇ ਹੈ ਅਤੇ ਨਾ ਉਹ ਇੱਛਾ ਸ਼ਕਤੀ ਹੈਗੀ ਹੈ। ਜੇ ਕਰੂਗੀ ਸਿੰਬੋਲਿਕ ਪੰਜਾਬ ਕਿਸਾਨੀ ਸੰਘਰਸ਼ ਦਾ ਲਾਹਾ ਲੈਣ ਵਾਸਤੇ ਮਾੜਾ ਮੋਟਾ ਕੋਈ ਦਰਸ਼ਨੀ ਕਾਰਵਾਈਆਂ ਕਰ ਸਕਦੀ ਹੈਗੀ ਹੈ, ਅਦਰਵਾਈਜ਼ ਸਹੀ ਮਾਅਨਿਆਂ ਵਿੱਚ ਪੰਜਾਬ ਨੂੰ ਸੰਕਟ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ। ਪੰਜਾਬ ਦੇ ਕਿਸੇ ਵੀ ਵਰਗ ਨੂੰ ਰਾਹਤ ਨਹੀਂ ਦਿੱਤੀ ਜਾ ਸਕਦੀ ਹੈ ਜਿਸ ਲੈਵਲ 'ਤੇ ਰਾਹਤ ਦੀ ਲੋੜ ਹੈਗੀ ਹੈ, ਜਿਸ ਕਰਕੇ ਨਸ਼ੇ ਘਟਣ, ਬੇਰੁਜ਼ਗਾਰੀ ਘਟੇ, ਪਲਾਇਨ ਘਟੇ, ਖੁਦਕਸ਼ੀਆਂ ਘਟਣ ਅਤੇ ਜਿਹੜੀ ਸਮਾਜਿਕ ਅਨਰੈਸਟ ਹੈ, ਬੇਚੈਨੀ ਹੈਗੀ ਹੈ, ਉਹ ਦੂਰ ਹੋਵੇ। ਅਜਿਹਾ ਕੋਈ ਵੀ ਸਟੈਪ ਫਿਰ ਰਹਿੰਦੀ ਖੁੰਦੀ ਕਸਰ ਕੱਢਤੀ ਕਾਂਗਰਸੀ ਭ੍ਰਿਸ਼ਟ ਲੀਡਰਾਂ ਨੇ। ਮਤਲਬ ਅੱਜ ਜਿੰਨੇ ਕਾਂਗਰਸੀ MLA ਪੈਸੇ ਬਣਾਉਣ ਲੱਗੇ ਔਰ ਜਿਸ ਢੀਠ ਸਤਾਈ ਨਾਲ ਬੇਸ਼ਰਮੀ ਨਾਲ ਪੈਸੇ ਬਣਾਉਣ ਲੱਗੇ ਹੋਏ ਆ, ਔਰ ਜੋ ਮਾਫੀਆ ਰਾਜ ਜੋ ਜਿੱਥੇ ਅਕਾਲੀ ਛੱਡ ਕੇ ਗਏ ਸੀਗੇ, ਕਾਂਗਰਸ ਨੇ ਉਸ ਤੋਂ ਅੱਗੇ ਤੋਰ ਲਿਆ। ਕਾਂਗਰਸ ਨੇ ਉਸ ਤੋਂ ਅੱਗੇ ਤੋਰਿਆ ਹੈਗਾ। ਅੱਜ ਇਹਨਾਂ ਦੇ MLA ਦੇ ਚਾਹੇ ਕ੍ਰੈਸ਼ਰ ਚੱਲਦੇ ਆ, ਚਾਹੇ ਉਹ ਖਨਨ ਮਾਫੀਆ ਹੈਗਾ, ਚਾਹੇ ਸ਼ਰਾਬ ਮਾਫੀਆ ਹੈਗਾ, ਚਾਹੇ ਉਹ ਲੈਂਡ ਮਾਫੀਆ ਹੈਗਾ, ਹਰ ਤਰ੍ਹਾਂ ਮਾਫੀਆ ਕਾਂਗਰਸ ਸਰਗਰਮ ਹੈਗਾ ਹੈ। ਔਰ ਉਹਦੇ 'ਚ ਇਹਨਾਂ ਨੇ ਹੁਣ ਮਤਲਬ ਜਿਸ ਹਿਸਾਬ ਨਾਲ 5 ਸਾਲ ਤੇ ਕੀਤਾ, ਔਰ ਜਿਸ ਤਰ੍ਹਾਂ ਹੁਣ ਪਿਛਲੇ 2-3 ਸਾਲ ਤੋਂ ਖਾਸ ਤੌਰ 'ਤੇ ਗੱਦੀ ਜਾਂਦੀ ਦੇਖ ਜਾਂ ਇਲੈਕਸ਼ਨ ਆਉਂਦੇ ਦੇਖ, ਇਹਨਾਂ ਨੇ ਹੁਣ ਦਵਾ ਜਿਹੜੀ ਰੇਸ ਲੱਗੀ ਹੋਈ ਹੈ ਪੈਸੇ ਬਣਾਉਣ ਵਾਲੀ, ਉਹਦੇ ਚੱਲਦਿਆਂ ਪੰਜਾਬ 'ਚ ਲੋਕਾਂ ਨੂੰ ਕੋਈ ਆਸ ਨਹੀਂ, ਮੈਨੂੰ ਘੱਟੋ ਘੱਟ ਕੋਈ ਆਸ ਨਹੀਂ ਕਿ ਪੰਜਾਬ ਦੇ ਲੋਕਾਂ ਨੂੰ ਕੋਈ ਮੀਨਿੰਗਫੁਲ, ਕੋਈ ਅਰਥ ਭਰਪੂਰ ਰਾਹਤ ਇਸ ਬਜਟ ਵੀ ਦੇ ਸਕਣਗੇ। ਸਿੰਬੋਲਿਕ ਕਾਰਵਾਈ ਕਰਨਗੇ, ਉਹਨਾਂ ਪੰਜਾਬ ਦਾ ਸੰਕਟ ਹੱਲ ਹੋਣ ਵਾਲਾ। ਪਰ ਬੈਨਰ ਤਾਂ ਦੱਸਦੇ ਨੇ ਕਿ ਕਿਸਾਨਾਂ ਦਾ ਰਾਖਾ ਕੈਪਟਨ ਅਮਰਿੰਦਰ ਸਿੰਘ। ਨਹੀਂ ਜੀ ਨਹੀਂ, ਕੋਈ ਨਾ ਰਾਖਾ ਨਹੀਂ ਹੈਗਾ। ਨਾ ਕਾਂਗਰਸ ਰਾਖੀ ਹੈ, ਨਾ ਭਾਜਪਾ ਰਾਖੀ ਹੈਗੀ, ਨਾ ਅਕਾਲੀ ਰਾਖੀ ਹੈਗੇ ਆ। ਮਤਲਬ ਤੁਸੀਂ ਦੇਖਿਆ ਅਕਾਲੀਆਂ ਨੇ ਕਿਵੇਂ 20 ਸਾਲ ਥੋੜ੍ਹੇ ਨਹੀਂ ਹੁੰਦੇ। ਜੇ ਭਾਜਪਾ ਦੀ ਜੜ੍ਹਾਂ ਪੰਜਾਬ 'ਚ ਮਾੜੀ ਮੋਟੀਆਂ ਲੱਗੀਆਂ, ਭਾਜਪਾ ਦਾ ਮੋਦੀ ਦਾ ਚਿਹਰਾ ਮਾੜਾ ਮੋਟਾ ਪੰਜਾਬ 'ਚ ਉਭਾਰਿਆ ਗਿਆ ਤਾਂ ਅਕਾਲੀਆਂ ਥਰੂ ਆਇਆ ਹੈਗਾ। ਇੱਧਰੋਂ ਭਾਜਪਾ ਨੂੰ ਪੰਜਾਬ 'ਚ ਕੌਣ ਪੁੱਛਦਾ ਸੀਗਾ? ਜਨਸੰਘ ਕਿੰਨੇ ਬਚਪਨ ਤੋਂ ਜਨਸੰਘ ਤੇ ਭਾਜਪਾ ਸੁਣਦੇ ਆਏ ਹੈਗੇ। ਸੋ ਇਸ ਕਰਕੇ ਨਾ ਤਾਂ ਭਾਜਪਾ ਹੈਗੀ ਹੈ, ਨਾ ਕਾਂਗਰਸ ਹੈ, ਨਾ ਅਕਾਲੀ ਹੈ, ਕੋਈ ਕਿਸਾਨਾਂ ਰਾਖਾ ਨਹੀਂ ਹੈਗਾ। ਕਿਸਾਨਾਂ ਦੇ ਸੰਘਰਸ਼ ਹੀ ਉਹਨਾਂ ਦੇ ਰਾਖੀ ਕਰ ਸਕਦੇ ਆ। ਉਹਨਾਂ ਦੀ ਲੜਾਈ ਹੈ ਸਿਸਟਮ ਨਾਲ, ਜਿਹੜੀ ਅੱਜ ਸਿੰਬਲ ਬਣ ਕੇ ਸਾਰੇ ਦੇਸ਼ ਵਾਸਤੇ ਇੱਕ ਉਦਾਹਰਨ ਦੇ ਤੌਰ 'ਤੇ, ਇਕੱਲੇ ਭਾਰਤ ਵਾਸਤੇ, ਦੁਨੀਆ ਵਾਸਤੇ, ਕਿ ਗਲੋਬਲ ਕੈਪੀਟਲ ਦੇ ਖਿਲਾਫ, ਭਾਰਤੀ ਕਾਰਪੋਰੇਟ ਕੈਪੀਟਲ ਦੇ ਖਿਲਾਫ, ਔਰ ਭਾਰਤ ਦਾ ਜੋ ਇੱਕ ਰਾਜ ਜੋ ਚੜ੍ਹਿਆ ਆ ਰਿਹਾ, ਮਤਲਬ ਲੋਕ ਵਿਰੋਧੀ ਰਾਜ ਹੈਗਾ, ਜੋ ਇੱਕ ਫਾਸੀ ਏਜੰਡੇ ਨਾਲ ਰਾਜ ਚੜ੍ਹਿਆ ਆ ਰਿਹਾ, ਉਸ ਨੂੰ ਕਿਵੇਂ ਠੱਲ ਪਾਈ, ਕਿਵੇਂ ਲੰਮਾ ਸੰਘਰਸ਼ ਲੜ ਕੇ ਉਸ ਨੂੰ ਰੋਕਿਆ ਜਾ ਸਕਦਾ, ਉਹ 'ਤੇ ਸਵਾਲ ਖੜਾ ਕੀਤਾ ਜਾ ਸਕਦਾ। ਔਰ ਜਿਹੜਾ ਭਾਰਤ ਸਹਿਮਿਆ ਹੋਇਆ ਸੀਗਾ ਇਸ ਸਰਕਾਰ ਕੋਲੋਂ, ਚਾਹੇ ਸ਼ਹੀਨ ਬਾਗ ਦਾ ਕੀ ਹਸ਼ਰ ਹੋਇਆ, ਉਸ ਤੋਂ ਪਹਿਲਾਂ ਕਿੰਨੇ ਸੰਘਰਸ਼ਾਂ ਦਾ ਕੀ ਹਸ਼ਰ ਹੋਇਆ, ਪੰਜਾਬ 'ਚ ਕਿੰਨਾ ਹਸ਼ਰ ਹੋਇਆ, ਚਾਹੇ ਉਹ ਟੀਚਰਸ ਹੋਣ, ਚਾਹੇ ਉਹ ਆਂਗਣਵਾੜੀ ਵਰਕਰਾਂ ਹੋਣ, ਚਾਹੇ ਮਿਡ ਡੇ ਮੀਲ ਵਰਕਰਾਂ ਹੋਣ। ਆਪਾਂ ਦੇਖਿਆ ਹੀ ਹੈ, ਹਰ ਵਰਗ ਸੰਘਰਸ਼ ਕਰਕੇ ਥੱਕ ਗਿਆ, ਡਾਂਗਾਂ ਖਾ ਕੇ ਘਰ ਬੈਠ ਗਿਆ ਹੈਗਾ। ਅੱਜ ਕਿਸਾਨੀ ਇੱਕ ਅਜਿਹਾ ਵਰਗ ਹੈ ਜਿਹਨੇ ਲੱਖਾਂ ਦੀ ਗਿਣਤੀ ਦਿੱਲੀ ਦੀ ਬਰੂਹਾਂ 'ਤੇ ਖੜ੍ਹ ਕੇ ਇਸ ਮੋਦੀ ਸਰਕਾਰ ਨੂੰ ਵੀ ਅਤੇ ਬਰਾਬਰ ਦੇ ਤੌਰ 'ਤੇ ਪੰਜਾਬ ਸਰਕਾਰ ਨੂੰ ਵੀ ਇੱਕ ਤਰ੍ਹਾਂ ਨਾਲ ਸਾਰੇ ਸਿਸਟਮ ਨੂੰ ਚੈਲੰਜ ਕੀਤਾ ਹੈਗਾ। ਔਰ ਮੈਂ ਸਮਝਦਾ ਕਿ ਇਹੀ ਇੱਕ ਰਸਤਾ ਹੈਗਾ ਕਿ ਆਉਣ ਵਾਲੇ ਸਮੇਂ 'ਚ ਹਿੰਦੁਸਤਾਨ ਦੇ ਲੋਕ ਕਿਸਾਨੀ ਦੀ ਤਰ੍ਹਾਂ ਆਪਣੇ ਹੱਕਾਂ ਵਾਸਤੇ, ਆਪਣੇ ਭਵਿੱਖ ਵਾਸਤੇ, ਆਪਣੇ ਬੱਚਿਆਂ ਵਾਸਤੇ, ਇੱਕ ਮਨੁੱਖਤਾ ਦੇ ਸੁਨਹਿਰੀ ਭਵਿੱਖ ਵਾਸਤੇ ਇਕੱਠੇ ਹੋ ਕੇ ਸੰਘਰਸ਼ ਕਰਨਗੇ। ਉਹੀ ਇੱਕ ਰਸਤਾ ਹੈਗਾ ਅਤੇ ਉਸ ਰਸਤੇ ਚੱਲ ਕੇ ਹੀ ਭਲਾ ਹੋ ਸਕਦਾ। ਇੱਕ ਇਹਨਾਂ ਮੌਜੂਦਾ ਪਾਰਟੀਆਂ ਕੋਲੋਂ, ਕਿਉਂਕਿ ਜਿੱਥੇ ਅੱਜ ਹਿੰਦੁਸਤਾਨ ਖੜਾ, ਜਿੱਥੇ ਅੱਜ ਪੰਜਾਬ ਖੜਾ, ਇਹਨਾਂ ਦੀ ਬਦੌਲਤ ਤਾਂ ਇੱਥੇ ਪੁੱਜੇ ਹੈਗੇ। ਇਹਨਾਂ ਦੀ ਬਦੌਲਤ ਹੀ, ਇਹਨਾਂ ਦੀ ਨੀਤੀਆਂ ਦੇ ਬਦੌਲਤ ਹੀ ਇੱਥੇ ਪੁੱਜੇ ਆ। ਹਰ ਸਾਲ ਕਿਸਾਨ ਭਲਾਈ, ਹਰ ਸਾਲ ਦਲਿਤ ਭਲਾਈ, ਹਰ ਸਾਲ ਬੱਚਿਆਂ ਦੀ ਭਲਾਈ, ਹਰ ਸਾਲ ਵਿੱਦਿਆ ਸੁਧਾਰ ਆਪਾਂ ਸੁਣਦੇ ਆ ਰਹੇ ਹਾਂ 26 ਜਨਵਰੀ ਨੂੰ, 15 ਅਗਸਤ ਨੂੰ ਵੀ। ਪਰ ਨਤੀਜਾ ਇਹ ਹੈ ਕਿ ਅੱਜ ਸਾਰੇ ਮੁਲਕ 'ਚ ਅਨਪੜ੍ਹਤਾ ਹੈਗੀ, ਜਹਾਲਤ ਹੈ, ਗਰੀਬੀ ਹੈ, ਬੇਰੁਜ਼ਗਾਰੀ ਹੈ, ਬਿਮਾਰੀ ਹੈਗੀ ਹੈ। ਉਹ ਬਿਮਾਰੀਆਂ ਜਿਸ ਤੋਂ ਯੂਰਪ 100 ਸਾਲ ਪਹਿਲਾਂ ਖਹਿੜਾ ਛੜਾ ਗਿਆ ਸੀ, ਟੱਟੀਆਂ, ਉਲਟੀਆਂ, ਨਮੂਨੀਆ, ਮਲੇਰੀਆ, ਅੱਜ ਤੱਕ ਲੱਖਾਂ ਲੋਕ ਮਰਦੇ ਪਏ, TB ਨਾਲ ਮਰਦੇ ਪਏ ਲੱਖਾਂ ਲੋਕ। ਆਹ ਤਾਂ ਬੜੀ ਦੂਰ ਦੀ ਗੱਲ ਹੈ। ਕਰੋਨਾ ਤਾਂ ਇਹ ਜਿਹੜੀਆਂ ਬਿਮਾਰੀਆਂ ਬਚਾਅਯੋਗ ਸੀਗੀਆਂ, ਜਿਹੜੀਆਂ ਬਿਮਾਰੀਆਂ ਇਲਾਜਯੋਗ ਸੀਗੀਆਂ, ਸਿਰਫ ਸਾਫ਼ ਪਾਣੀ ਪੀਣ ਨਾਲ ਦੂਰ ਹੋ ਸਕਦੀਆਂ ਸੀਗੀਆਂ, ਸਾਫ਼ ਪਾਣੀ ਮੁਹੱਈਆ ਕਰਨ ਨਾਲ, ਉਹਨਾਂ ਨਾਲ ਲੱਖਾਂ ਲੋਕ ਹਿੰਦੁਸਤਾਨ 'ਚ ਮਰਦੇ ਪਏ, ਕਰੋੜਾਂ ਲੋਕ ਮਰਦੇ ਪਏ। ਤਾਂ ਸਰਕਾਰ ਵਾਸਤੇ ਵੀ ਸ਼ਰਮ ਵਾਲੀ ਗੱਲ ਹੈਗੀ ਹੈ ਅਤੇ ਇਸ ਸਿਸਟਮ ਵਾਸਤੇ ਸ਼ਰਮ ਵਾਲੀ ਗੱਲ ਹੈ। ਸੋ ਇਹ ਜਿੱਥੇ ਆਪਾਂ ਖੜ੍ਹੇ ਹੈਗੇ ਹਾਂ, ਮਤਲਬ ਇੱਕ ਕੋਟੇਸ਼ਨ ਹੈਗੀ ਹੈ, ਸ਼ਾਇਦ ਮੇਰਾ ਖਿਆਲ ਅਲਬਰਟ ਆਇਨਸਟਾਈਨ ਦੀ ਹੈਗੀ ਹੈ। ਉਹ ਕਹਿੰਦਾ, ਯੂ ਕੈਨ ਨਾਟ ਸੀਕ ਸੋਲਿਊਸ਼ਨ ਫਾਰ ਯੂਰ ਪ੍ਰੋਬਲਮਸ ਫਰੋਮ ਦੋਜ਼ ਹੂ ਕ੍ਰੀਏਟਡ ਇਟ। ਕਿ ਆਪਣੀਆਂ ਸਮੱਸਿਆਵਾਂ ਹੱਲ ਤੁਸੀਂ ਉਹਨਾਂ ਕੋਲੋਂ ਨਹੀਂ ਪਾੜ ਸਕਦੇ ਜਿਹਨਾਂ ਨੇ ਪੈਦਾ ਕੀਤੀਆਂ। ਹੁਣ ਅੱਜ ਕੋਈ ਵੀ ਬੰਦਾ ਜਿਹੜਾ ਇਹ ਸੋਚਦਾ ਕਿ ਕਾਂਗਰਸ ਭਲਾ ਕਰ ਦੇਊਗੀ, ਜਾਂ ਅਕਾਲੀ ਭਲਾ ਕਰ ਦੇਣਗੇ, ਜਾਂ ਭਾਜਪਾ ਭਲਾ ਕਰ ਦੇਊਗੀ, ਜਾਂ ਕੋਈ ਹੋਰ ਇੱਦਾਂ ਦੀ ਪਾਰਟੀਆਂ ਭਲਾ ਕਰ ਦੇਣਗੀਆਂ, ਉਹ ਮੂਰਖਾਂ ਦੇ ਸਵਰਗ 'ਚ ਰਹਿ ਰਹੇ। ਉਹਨੂੰ ਪਤਾ ਹੀ ਨਹੀਂ ਕਿ ਜਿੱਥੇ ਉਹ ਪੁੱਜੇ ਨੇ, ਇਹਨਾਂ ਦੀ ਬਦੌਲਤ ਹੀ ਪੁੱਜੇ ਨੇ ਲੋਕ। ਅੱਜ ਬੇਰੁਜ਼ਗਾਰੀ, ਮਹਿੰਗਾਈ, ਅਨਪੜ੍ਹਤਾ, ਜਹਾਲਤ, ਗਰੀਬੀ, ਜੋ ਭੁੱਖਮਰੀ ਹੈ, ਜੋ ਲੋਕਾਂ ਦਾ ਹਾਲ ਬੁਰਾ ਹੈਗਾ, ਇਹ ਇਹਨਾਂ 70 ਸਾਲ ਦਾ ਕਾਂਗਰਸ ਦਾ
ਆ ਹੁਣ 14 ਸਾਲ ਦਾ ਤਕਰੀਬਨ 12 ਸਾਲ ਦਾ ਜੋ 13 ਸਾਲ ਦਾ ਜੋ ਭਾਜਪਾ ਦਾ ਰਾਜ ਹੈਗਾ, ਇਨਕਲੂਡਿੰਗ ਵਾਜਪਾਈ 98 ਤੋਂ ਲੈ ਕੇ 3 ਤੱਕ, ਉਸ ਕਰਕੇ ਹੀ ਆਪਾਂ ਹਿੰਦੁਸਤਾਨ ਇਸ ਤਰਸਯੋਗ ਹਾਲ 'ਚ ਹੈ। ਉਹ ਮੁਲਕ ਜਿੱਥੇ ਦੇ ਲੋਕ ਮਿਹਨਤੀ ਹੈ, ਜਿੱਥੇ ਬਹੁਤ ਵਧੀਆ ਇੱਕ ਸਿਸਟਮ ਬਣਾਇਆ ਜਾ ਸਕਦਾ ਸੀ, ਇੱਥੇ ਭੂਗੋਲਿਕ ਤੌਰ 'ਤੇ ਵੀ ਅਤੇ ਬਾਕੀ ਜ਼ਮੀਨ ਦੇ ਤੌਰ 'ਤੇ ਵੀ, ਅਤੇ ਮੌਸਮ ਦੇ ਪੱਖੋਂ ਵੀ ਬਹੁਤ ਸੋਹਣਾ ਮੁਲਕ ਸੀਗਾ ਇਹ, ਸੱਭਿਆਚਾਰਕ ਤੌਰ 'ਤੇ ਬੜਾ ਅਮੀਰ ਮੁਲਕ ਸੀਗਾ। ਔਰ ਕਿਸੇ ਵੇਲੇ ਦੁਨੀਆ ਦੀ GDP ਦਾ 27% ਹਿੱਸਾ ਇਕੱਲਾ ਭਾਰਤ ਕੋਲ ਸੀਗਾ। GDP ਦਾ 27% ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ, ਇੰਨਾ ਮਤਲਬ ਮੁਲਕ ਅਮੀਰ ਸੀਗਾ। ਅਤੇ ਉਸ ਮੁਲਕ 'ਚ ਮਤਲਬ ਜੋ ਹਾਲਤ ਹੈ ਮੁਲਕ ਦੀ, ਜੋ ਚੀਨ ਅੱਖਾਂ ਦਿਖਾ ਰਿਹਾ, ਜੋ ਹੋਰ ਦੁਨੀਆ ਮਤਲਬ ਅੱਜ ਕਿ ਚੀਨ ਦਾ ਕੋਈ ਨਿਯਮ ਮੁਕਾਬਲਾ ਰਹਿ ਹੀ ਨਹੀਂ ਗਿਆ, ਕੋਈ ਬਹੁਤ ਦੂਰ ਪਹੁੰਚ ਗਿਆ ਚੀਨ। ਪਰ ਇੱਥੋਂ ਦੇ ਹੁਕਮਰਾਨਾਂ ਦੀ ਬਦੌਲਤ ਅੱਜ ਅਸੀਂ ਇਸ ਤਰਸਯੋਗ ਹਾਲਤ 'ਚ ਜਿੱਥੇ ਅਸੀਂ ਪੁੱਜੇ ਹੋਏ ਹਾਂ। ਜੀ ਡਾਕਟਰ ਸਾਹਿਬ, ਅਖੀਰ ਦੇ ਵਿੱਚ ਇਹ ਦੱਸਿਓ ਕਿ ਹੁਣ ਅੰਦੋਲਨ ਜਿਹੜਾ ਆਪਣੇ ਸਿਖਰਾਂ 'ਤੇ 3 ਮਹੀਨੇ ਮੁਕੰਮਲ ਹੋ ਗਏ, ਗੱਲਬਾਤ ਹਾਲੇ ਰੁਕੀ ਹੋਈ ਹੈ, ਇਸ ਸਭ ਦੇ ਵਿਚਾਲੇ ਹੁਣ ਧਿਆਨ ਲੋਕ ਇਹ ਸਵਾਲ ਚੁੱਕਦੇ ਨੇ ਕਿ ਜਿੰਨਾ ਸਰਮਾਇਆ, ਜਿੰਨਾ ਖਰਚਾ, ਹਜ਼ਾਰਾਂ ਕਰੋੜ ਰੁਪਇਆ ਉੱਥੇ ਅੰਦੋਲਨ 'ਤੇ ਲੱਗ ਗਿਆ, ਉਹ ਤੋਂ ਖੱਟਿਆ ਕੀ ਅਸੀਂ? ਥੋੜ੍ਹਾ ਇਹਦੇ ਬਾਰੇ ਦੱਸਿਓ। ਉਤਰਾਅ ਚੜ੍ਹਾਅ ਬੜੇ ਦੇਖੇ ਨੇ। ਉਹ ਕਹਿੰਦੇ ਇੰਨੇ 'ਚ ਤਾਂ ਪੰਜਾਬ ਦੇ ਵਿੱਚ ਕੋਈ ਨਾ ਕੋਈ ਪੰਜਾਬ ਦੇ ਭਲੇ ਦੇ ਲਈ ਕੋਈ ਇਹੋ ਜਿਹੇ ਕਾਰਜ, ਕੋਈ ਇਹੋ ਜਿਹੇ ਪ੍ਰੋਜੈਕਟ ਸ਼ੁਰੂ ਹੋ ਸਕਦੇ ਸੀ ਜਿੰਨਾ ਉੱਥੇ ਪੈਸਾ ਲਗਾ ਦਿੱਤਾ ਗਿਆ। ਦੇਖੋ, ਜਿਹੜੇ ਗੈਰ ਸਿਆਸੀ ਲੋਕ ਹੈ ਨਾ, ਉਹ ਉਸ ਅੰਦੋਲਨ ਨੂੰ ਇਹਨਾਂ ਮਾਪਦੰਡਾਂ ਦੇ ਮਾਪ ਸਕਦੇ ਹੈ ਕਿ ਵੀ ਇੰਨਾ ਪੈਸਾ ਖਰਚਾ ਗਿਆ। ਜੋ ਇਸ ਅੰਦੋਲਨ ਦੀ ਪ੍ਰਾਪਤੀ ਹੈ ਉਹਨੂੰ ਉਹਦੀ ਜਿਹੜੀ ਅਸਲ ਜੋ ਸੈਂਸ ਹੈ, ਜੋ ਤੱਤ ਹੈ, ਉਹ ਨਹੀਂ ਦੇਖਦੇ। ਉਹ ਅਸਲ ਸੈਂਸ ਇਹ ਹੈ ਕਿ ਜਿਹੜੀ ਭਾਜਪਾ ਦੀ ਕਾਂਗਿਆਰੀ ਚੜ੍ਹਦੀ ਆ ਰਹੀ ਸੀਗੀ, ਜਿਹੜੀ ਭਾਜਪਾ ਹਰ ਇੱਕ ਨੂੰ ਰੋਂਦੇ ਆ ਰਹੀ ਸੀਗੀ, ਜਿਹੜੀ ਭਾਜਪਾ ਦੇ ਅੱਗੇ ਹਰ ਕੋਈ ਬੇਵੱਸ ਮਹਿਸੂਸ ਕਰ ਰਿਹਾ ਸੀਗਾ, ਭਾਰ ਸਹਿਮਿਆ ਹੋਇਆ ਸੀਗਾ, ਡੰਡੌਤ ਸੀਗਾ, ਉਸ ਭਾਜਪਾ ਦੇ ਖਿਲਾਫ, ਉਸ ਕਾਰਪੋਰੇਟ ਸੈਕਟਰ ਖਿਲਾਫ ਜਿਹੜਾ ਹਰ ਪਾਸੇ ਪੂੰਜੀ ਨੂੰ ਹੜੱਪ ਰਿਹਾ ਸੀਗਾ, ਉਹ ਜਿਹੜਾ ਹਰ ਪਾਸੇ ਇੱਕ ਦਹਿਸ਼ਤ ਜਿਹਦਾ ਮਾਹੌਲ ਸੀਗਾ, ਉਸ ਮਾਹੌਲ 'ਚ ਪੰਜਾਬ ਦੇ ਕਿਸਾਨਾਂ ਨੇ ਹਿੰਦੁਸਤਾਨ 'ਚ ਇੱਕ ਨਵੀਂ ਊਰਜਾ ਦਿੱਤੀ ਹੈ, ਇੱਕ ਨਵਾਂ ਦਿਸ਼ਾ ਦਿੱਤੀ ਹੈਗੀ ਹੈ, ਜਿਹਦੇ ਨਾ ਸਿਰਫ ਅੱਜ ਕਿਸਾਨੀ ਅੰਦੋਲਨ ਕਿਸ ਪਾਸੇ ਜਾਂਦਾ, ਉਸ ਨੂੰ ਕੰਸੀਡਰ ਕੀਤਿਓਂ ਬਗੈਰ ਇਹਦੇ ਬੜੇ ਦੂਰਗਾਮੀ ਨਤੀਜੇ ਨਿਕਲਣਗੇ ਔਰ ਨਿਕਲ ਰਹੇ ਹੈਗੇ ਆ। ਡਾਕਟਰ ਸਾਹਿਬ, ਜਿਹੜੇ ਕਿਸਾਨਾਂ ਨਾਲ ਹਮਦਰਦੀ ਰੱਖਦੇ ਨੇ, ਉਹ ਕਹਿੰਦੇ ਨੇ, ਉਹ ਚਾਹੁੰਦੇ ਨੇ ਕਿ ਕਿਸਾਨਾਂ ਨੂੰ ਹੁਣ ਪਾਰਟੀ ਬਣਾ ਲੈਣੀ ਚਾਹੀਦੀ ਹੈ, ਸੱਤਾ ਵਿੱਚ ਆਉਣ ਬਜਾਏ ਇਸ ਦੇ ਕਿ ਠੂਠਾ ਫੜ ਕੇ ਮੰਗਣਾ ਪਏ ਕੇਂਦਰ ਕੋਲੋਂ। ਦੇਖੋ, ਉਹ ਤਾਂ ਹੁਣ ਕਿਸਾਨੀ ਅੰਦੋਲਨ ਦੇ ਜੋ ਮਤਲਬ ਸਰਗਰਮ ਲੀਡਰ ਨੇ ਜਾਂ ਉਹਨੇ ਲੀਡਰਸ਼ਿਪ ਜੋ ਜਥੇਬੰਦੀਆਂ ਨੇ, ਉਹਨਾਂ ਨੇ ਫੈਸਲਾ ਕਰਨਾ ਕਿ ਉਹਨਾਂ ਨੂੰ ਸਰਗਰਮ ਰਾਜਨੀਤੀ, ਜੀ ਪਾਰਲੀਮਾਨੀ ਰਾਜਨੀਤੀ ਹੈ, ਉਹਦੇ ਵਿੱਚ ਸ਼ਾਮਿਲ ਹੋਣਾ, ਉਹਨਾਂ ਆਉਣਾ ਕਿ ਨਹੀਂ ਆਉਣਾ। ਪਰ ਇੱਕ ਗੱਲ ਸਾਫ਼ ਹੈਗੀ ਕਿ ਕਿਸਾਨੀ ਅੰਦੋਲਨ ਜਿਸ ਪਾਸੇ ਵੀ ਕੰਕਲੂਡ ਹੁੰਦਾ, ਔਰ ਮੈਂ ਆਸ ਕਰੂੰਗਾ ਕਿ ਇਹ ਪੋਜ਼ੀਟਿਵਲੀ ਕੰਕਲੂਡ ਹੋਵੇ, ਇਹ ਬਿੱਲ ਰੱਦ ਹੋਣ, ਅਤੇ ਇਹਨਾਂ ਦਾ ਮਤਲਬ ਜਿਹੜੇ 3 ਬਿੱਲਾਂ ਰੱਦ ਕਰਾ ਕੇ ਹੀ ਕਿਸਾਨੀ ਸ਼ਾਨਾ ਮੱਤਾ ਸੰਘਰਸ਼ ਜਿਹੜਾ ਹੈ ਇਹ ਕੰਕਲੂਡ ਹੋਵੇ। ਪਰ ਮੈਂ ਕਹਿੰਦਾ ਜਿਸ ਪਾਸੇ ਵੀ ਕੰਕਲੂਡ ਹੁੰਦਾ, ਇੰਡੀਆ ਇਜ਼ ਨਾਟ ਗੋਇੰਗ ਟੂ ਬੀ ਸੇਮ, ਪੰਜਾਬ ਇਜ਼ ਨਾਟ ਗੋਇੰਗ ਟੂ ਬੀ ਸੇਮ। ਪੰਜਾਬ ਨੇ ਉਹ ਨਹੀਂ ਰਹਿਣਾ ਹੈਗਾ, ਭਾਰਤ ਨੇ ਉਹ ਨਹੀਂ ਰਹਿਣਾ ਹੈਗਾ। ਅੱਜ ਹੁਣ ਜਿਹੜੇ ਇੰਡਸਟਰੀਅਲ ਵਰਕਰ ਦੀ ਸਟ੍ਰਾਈਕ ਆ ਰਹੀ ਹੈਗੀ ਹੈ, ਕੱਲ੍ਹ ਕਾਰੋਬਾਰੀ ਨੇ 8 ਕਰੋੜ ਕਾਰੋਬਾਰੀ ਨੇ ਸਟ੍ਰਾਈਕ ਕੀਤੀ ਹੈਗੀ ਹੈ। ਅਤੇ ਇਸ ਤਰ੍ਹਾਂ ਹੀ ਆਪ ਜਿਵੇਂ ਜਿਹੜੇ ਲੋਕ ਬਿਜਲੀ ਬਿੱਲਾਂ ਦੇ ਸਤਾਏ ਹੋਏ ਹੈ, ਜਾਂ ਹਸਪਤਾਲਾਂ ਦੇ ਸਤਾਏ ਹੋਏ ਹੈ, ਬੇਰੁਜ਼ਗਾਰੀ ਦੇ ਸਤਾਏ ਹੋਏ ਹੈ, ਮਹਿੰਗਾਈ ਦੇ ਸਤਾਏ ਹੋਏ ਹੈ, ਪੈਟਰੋਲ 100 ਰੁਪਏ ਕਿੱਲੋ ਹੈ, ਇਹ ਲੋਕ ਲੰਮਾ ਚਿਰ ਘਰ ਬਹਿਣ ਵਾਲੇ ਲੋਕਾਂ ਨੇ ਦੋਏ ਰਸਤੇ ਹੈਗੇ, ਜਾਂ ਤਾਂ ਤੁਸੀਂ ਤਿਲ ਕਰਕੇ ਮਰ ਜਾਓ ਜਾਂ ਉੱਠ ਖੜੇ ਹੋਵੋ। ਕਿਸਾਨੀ ਸੰਘਰਸ਼ ਨੇ ਇਹ ਸਾਰੇ ਲੋਕਾਂ ਨੂੰ ਉੱਠ ਖੜੇ ਹੋਣ ਦਾ ਸੁਨੇਹਾ ਦਿੱਤਾ, ਔਰ ਇਹ ਵੀ ਦੱਸਿਆ ਕਿ ਉੱਠ ਖੜਾ ਹੋਇਆ ਜਾ ਸਕਦਾ ਹੈਗਾ। ਸਾਡੇ ਲੱਤਾਂ 'ਚ ਭਾਰ ਹੈਗਾ ਲੋਕਾਂ ਦੀਆਂ 'ਚ, ਮੋਦੀ ਵਰਗਿਆਂ ਮਤਲਬ ਸ਼ਾਸਕਾਂ ਨੂੰ ਚੈਲੰਜ ਕੀਤਾ ਜਾ ਸਕਦਾ। ਇਹ ਮਹੱਤਤਾ ਜਿਹੜੀ ਇਸ ਕਿਸਾਨੀ ਅੰਦੋਲਨ ਦੀ, ਉਹ ਇਹਨੇ ਸੁਨੇਹਾ ਦਿੱਤਾ। ਇਹ ਸੁਨੇਹਾ ਬਹੁਤ ਹੀ ਵੱਡਾ ਹੈਗਾ, ਨਾ ਸਿਰਫ ਪੰਜਾਬ ਵਾਸਤੇ, ਨਾ ਹਿੰਦੁਸਤਾਨ ਵਾਸਤੇ, ਬਲਕਿ ਦੁਨੀਆ ਭਰ ਦੇ ਜੋ ਆਮ ਲੋਕ ਨੇ, ਜੋ ਆਪਣੀ ਸਰਕਾਰਾਂ ਦੇ ਸਤਾਏ ਹੋਏ ਨੇ, ਕਾਰਪੋਰੇਟ ਕੈਪੀਟਲ ਦੇ, ਗਲੋਬਲ ਕੈਪੀਟਲ ਦੇ ਸਤਾਏ ਹੋਏ ਨੇ, ਉਹਨਾਂ ਵਾਸਤੇ ਬਹੁਤ ਵੱਡਾ ਸੁਨੇਹਾ ਹੈ। ਪਰ ਜਿਸ ਤਰੀਕੇ ਦੇ ਨਾਲ ਨੌਜਵਾਨੀ ਨੂੰ ਲੈ ਕੇ ਕਾਫੀ ਰੌਲਾ ਰੱਪਾ ਪੈਂਦਾ ਰਿਹਾ, ਕਿਸਾਨ ਆਗੂਆਂ ਦੇ ਨਾਲ ਤਕਰਾਰ ਹੁੰਦੇ ਰਹੇ, 3 ਮਹੀਨਿਆਂ ਬਾਅਦ ਕਹਿੰਦੇ ਸਟੇਜ ਮਿਲੀ ਸਾਨੂੰ ਬੋਲਣ ਲਈ, ਅਤੇ ਉੱਧਰ ਦੂਜੇ ਪਾਸੇ ਕਾਮਰੇਡਾਂ ਦਾ ਮਸਲਾ ਬਣਾਉਣ ਦੀ ਕੋਸ਼ਿਸ਼, ਸਿੱਖਾਂ ਦਾ ਮਸਲਾ ਬਣਾਉਣ ਦੀ ਕੋਸ਼ਿਸ਼, ਨੌਜਵਾਨਾਂ ਦਾ ਮਹਿਰਾਜ ਦੀ ਰੈਲੀ ਵੀ ਹੋ ਹਟੀ ਹੈ। ਇਹਨੂੰ ਸਾਰੇ ਨੂੰ ਕਿੱਦਾਂ ਦੇਖਦੇ ਹੋ? ਦੇਖੋ, ਇਹ ਬਦਕਿਸਮਤੀ ਹੈ, ਪੰਜਾਬ ਦੀ ਬਦਕਿਸਮਤੀ ਹੈ ਕਿ ਸਿੱਖ ਅਤੇ ਕਾਮਰੇਡਾਂ ਵਿਚਕਾਰ ਜੋ ਮਤਲਬ ਇਹ ਤਕਰਾਰ ਪੈਦਾ ਕੀਤੀ ਜਾ ਰਹੀ ਹੈ, ਉਹਦੇ 'ਚ ਜਿਨ੍ਹਾਂ ਹਾਲਤਾਂ 'ਚ ਤਕਰਾਰ ਪੈਦਾ ਹੋਈ ਹੈ, ਸ਼ੁਰੂ ਤੋਂ ਹੀ ਵੈਸੇ ਤਾਂ ਉੱਥੇ ਚੱਲਦਾ ਆ ਰਿਹਾ ਸੀਗਾ। ਜਿਹੜੀ ਬਜ਼ੁਰਗ ਲੀਡਰਸ਼ਿਪ ਸੀਗੀ, ਮਤਲਬ ਜਿਹੜੀ ਬਜ਼ੁਰਗ ਨਹੀਂ, ਜਿਹੜੀ ਕਿਸਾਨ ਲੀਡਰਸ਼ਿਪ ਸੀਗੀ, ਉਹ ਨੌਜਵਾਨ ਵੀ ਸੀਗੇ, ਉਹਨਾਂ ਨੇ ਇੱਕ ਲੰਮੇ ਸਮੇਂ ਤੋਂ ਡੰਕਲ ਪ੍ਰਪੋਜ਼ਲ ਤੋਂ ਲੈ ਕੇ, ਉਰੂਗਵੇ ਰਾਊਂਡ ਤੋਂ ਲੈ ਕੇ, ਗੈਡ ਤੋਂ ਲੈ ਕੇ, WTO ਤੱਕ, ਇੰਟਰਨੈਸ਼ਨਲ ਮੋਨਟਰੀ ਫੰਡ ਤੋਂ ਲੈ ਕੇ ਵਰਲਡ ਬੈਂਕ ਤੱਕ ਕਿਸਾਨੀ ਨੂੰ ਚੇਤਨ ਕੀਤਾ ਹੋਇਆ ਸੀ ਕਿ ਇੱਕ ਹਮਲਾ ਕਿਸਾਨੀ 'ਤੇ ਆਉਣ ਵਾਲਾ,
ਕਿਸਾਨੀ ਨੂੰ ਵੀ ਅਮਰੀਕਾ ਤੇ ਯੂਰਪ ਵਾਂਗੂ ਇਹ ਹਮਲਾ ਝੱਲਣਾ ਪੈਣਾ ਹੈਗਾ ਕਿ ਕਾਰਪੋਰੇਟ ਹੱਥਾਂ 'ਚ ਸਾਰੇ ਕੋਈ ਜਾਣ ਵਾਲਾ ਹੈਗਾ, ਤੁਹਾਡੇ ਹੱਥੋਂ ਖਿਸਕਣ ਵਾਲਾ ਹੈਗਾ। ਸੋ ਲਗਾਤਾਰ ਉਹਨਾਂ ਦਾ ਇੱਕ ਬਰਤਾਂਤ ਸੀਗਾ, ਉਸ ਬਰਤਾਂਤ ਦੇ ਸਿਰ ਤੋਂ ਨਹੀਂ ਇੱਕ ਲਹਿਰ ਸਿੱਜੀ ਸੀਗੀ। ਉਹਨਾਂ ਕੋਲ ਲੰਮਾ ਤਜਰਬਾ ਸੀਗਾ ਘੋੜਾਂ ਦਾ, ਤੇ ਉਹਦੇ ਸਿਰ ਤੇ ਉਹ ਦਿੱਲੀ ਗਏ ਸੀਗੇ ਜਾਂ ਸੰਘਰਸ਼ ਵਿੱਢਿਆ ਸੀਗਾ। ਉਸ ਸੰਘਰਸ਼ ਨੂੰ ਮੈਨੂੰ ਲੱਗਦਾ ਨੌਜਵਾਨਾਂ ਨੂੰ ਚਾਹੀਦਾ ਸੀ ਕਿ ਉਹਦੇ ਵਿੱਚ ਉਹ ਮਤਲਬ ਉਹਨਾਂ ਦੀ ਉਹ ਲੀਡਰਸ਼ਿਪ ਹੈ ਉਹਦੇ 'ਤੇ ਸਵਾਲ ਖੜੇ ਕਰਨੇ, ਉਹਨਾਂ ਦੀ ਕਾਬਲੀਅਤ 'ਤੇ ਸ਼ੱਕ ਕਰਨੇ, ਉਹਨਾਂ ਦੀ ਇਮਾਨਦਾਰੀ 'ਤੇ ਸ਼ੱਕ ਕਰਨੇ। ਇਹ ਕਹਿਣਾ ਉਹਨੇ ਲੱਤਾਂ 'ਚ ਜ਼ੋਰ ਹੈ ਨਹੀਂ ਹੈ, ਜੋ ਬੁੱਕਲ 'ਚ ਰੋੜੀ ਭੋਰਨਗੇ, ਇਹ ਸਮਝੌਤਾ ਕਰਨਗੇ, ਇਹ ਸਮਝੌਤਾਵਾਦੀ ਹੈਗੇ, ਜਿਹੜੇ ਇਸ ਤਰ੍ਹਾਂ ਦੀ ਮਤਲਬ ਗੱਲਾਂ ਕੀਤੀ ਜਾਂਦੀ ਸੀ, ਇਹ ਅੰਦੋਲਨ ਨੂੰ ਨੁਕਸਾਨ ਕਰਾਉਣ ਵਾਲੀ ਗੱਲਾਂ ਸੀਗੀਆਂ ਸ਼ੁਰੂ ਤੋਂ ਹੀ, ਔਰ ਇਹ ਨਹੀਂ ਸੀ ਹੋਣੀਆਂ ਚਾਹੀਦੀਆਂ। ਤੇ ਜੇ ਉਹਨਾਂ ਨੂੰ ਜਿਹੜਾ ਮਤਲਬ ਸਟੇਜ ਵਾਲੀ ਗੱਲ ਹੈਗੀ ਹੈ, ਸਟੇਜ 'ਤੇ ਕਿਸੇ ਨੂੰ ਮਨਾਹੀ ਨਹੀਂ ਸੀ, ਬਸ਼ਰਤੇ ਕਿ ਕੋਈ ਬੰਦਾ ਮਨਾਹੀ ਨਹੀਂ ਹੋਣੀ ਚਾਹੀਦੀ, ਬਸ਼ਰਤੇ ਕੋਈ ਬੰਦਾ ਮੌਜੂਦਾ ਲੀਡਰਸ਼ਿਪ ਜਿਹਦਾ ਮੋਦੀ ਨਾਲ ਵਾਹ ਪਿਆ ਹੋਇਆ ਉਹਦੇ ਖਿਲਾਫ ਕੋਈ ਗੱਲ ਨਾ ਕਰੇ, ਉਹ ਘੱਟੋ ਘੱਟ ਉਹਦਾ ਹੌਸਲਾ ਨਾ ਤੋੜੇ, ਉਹਦੇ ਖਿਲਾਫ ਲੋਕਾਂ 'ਚ ਗਲਤਫਹਿਮੀ ਜਾਂ ਇੱਕ ਗਲਤਫਹਿਮੀ ਜਾਂ ਮਤਲਬ ਕੋਈ ਕਨਫਿਊਜ਼ਨ ਨਾ ਪੈਦਾ ਕਰੇ। ਸੋ ਮੈਂ ਸਮਝਦਾ ਕਿ ਬਦਕਿਸਮਤੀ ਨੂੰ ਇਹ ਘਟਨਾਵਾਂ ਵਾਪਰੀਆਂ, 26 ਦੀਆਂ ਘਟਨਾਵਾਂ ਵਾਪਰੀਆਂ, ਸਰਕਾਰ ਦੀ ਜਿਹੜੀ ਸਾਜ਼ਿਸ਼ ਸੀਗੀ ਉਹ ਅੰਸ਼ਕ ਰੂਪ 'ਚ ਕਾਮਯਾਬ ਹੋਈ ਹੈ। ਉਹ ਤਾਂ ਚਲੋ ਸ਼ੁਕਰ ਹੈ ਮਤਲਬ ਕਿ ਲੀਡਰਸ਼ਿਪ ਨੇ ਵੀ ਇੱਕ ਸ਼ੁਰੂਆਤੀ 1-2 ਬਿਆਨ ਦੇ ਕੇ ਗਦਾਰ ਹੈਗੇ ਹੈ ਆਪਣੇ ਆਪ ਨੂੰ ਠੀਕ ਕੀਤਾ ਹੈਗਾ, ਔਰ ਨੌਜਵਾਨਾਂ ਨੇ ਵੀ ਚਲੋ ਲੱਖਾਂ ਸਿਧਾਣਾ ਦੀ ਰੈਲੀ ਸੀਗੀ, ਉਹਦੇ 'ਚ ਵੱਲ ਇਹ ਨਹੀਂ ਮਤਲਬ ਕਿ ਵੀ ਅਸੀਂ ਕੋਈ ਅਲੱਗ ਕਰਨਾ, ਉਹਨੇ ਵੀ ਕਿਸਾਨੀ ਲੀਡਰਸ਼ਿਪ ਦੀ ਜੋ ਮਹੱਤਤਾ ਹੈਗੀ ਹੈ, ਜੋ ਉਹਦੀ ਇੱਕ ਐਕਸਪੀਰੀਅੰਸ ਹੈ ਜਾਂ ਉਹਦੀ ਜੋ ਕਦਰ ਹੈਗੀ ਹੈ, ਉਹਦੀ ਗੱਲ ਕੀਤੀ ਹੈਗੀ ਹੈ। ਇਹ ਚੰਗਾ ਜਿਹੜਾ ਪਾੜਾ ਸੀਗਾ ਵੱਧ ਰਿਹਾ ਸੀ ਉਹ ਮਿਸਿਆ ਗਿਆ ਜਾਂ ਘੱਟੋ ਘੱਟ ਘਟਿਆ ਬਹੁਤ ਹੈਗਾ ਹੈ। ਅਤੇ ਪੰਜਾਬ ਇੱਕ ਵਾਰ ਫੇਰ ਜਿਹੜਾ ਲੰਮੇ ਸਮੇਂ ਤੋਂ ਕਿੜਕਿੜ ਚੱਲੀ ਆ ਰਹੀ ਸੀਗੀ ਕਿਸਾਨੀ ਅੰਦੋਲਨ ਦੇ ਵਿੱਚ, ਉਹ ਇੱਕ ਅੰਸ਼ਕ ਰੂਪ 'ਚ ਖਤਮ ਹੋਈ ਹੈ। ਹਾਲਾਂਕਿ ਮੁਕੰਮਲ ਰੂਪ 'ਚ ਉਹਦਾ ਆਧਾਰ ਕਿਤੇ ਹੋਰ ਪਿਆ ਹੈਗਾ, ਉਹਦਾ ਆਧਾਰ ਇਹ ਮਤਲਬ ਇਹ ਨੌਜਵਾਨੀ ਹੈਗੀ, ਉਹਦਾ ਆਧਾਰ ਇੱਕ ਸਿਆਸਤ ਪਿਆ, ਜਿਹੜੀ ਸਿਆਸਤ ਕਿਸਾਨੀ ਅੰਦੋਲਨ ਦੀ ਆੜ 'ਚ ਚੋਰ ਚਾਲ ਉਹ ਆਪਣੀ ਇੰਟਰੋਡਿਊਸ ਕਰਨਾ ਚਾਹੁੰਦੇ ਸੀਗੇ, ਕੁਛ ਹੱਦ ਤੱਕ ਕਰ ਗਏ ਹੈਗੇ ਹੈ ਅਤੇ ਕੁਛ ਹੱਦ ਤੱਕ ਉਹ ਨਹੀਂ ਕਾਮਯਾਬ ਹੋਏ ਹੈ। ਇਵੇਂ ਕਿਸਾਨੀ ਅੰਦੋਲਨ ਜੇ ਲੀਡਰ ਹੈਗੇ ਹੈ ਉਹ ਵੀ ਮਤਲਬ ਜੋ ਦਿੱਲੀ ਸੰਘਰਸ਼ ਸੀ, ਜੋ ਮਤਲਬ ਉੱਥੇ ਜਾ ਕੇ ਜਿਸ ਤਰ੍ਹਾਂ ਨੌਜਵਾਨਾਂ ਨਾਲ ਡੀਲ ਕਰਨਾ ਚਾਹੀਦਾ ਸੀ, ਚਾਹੇ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਹੈ, ਪਰ 26 ਜਨਵਰੀ ਦੀ ਘਟਨਾਵਾਂ ਤੋਂ ਬਾਅਦ ਜੋ ਉਹਨਾਂ ਨੇ ਫੌਰੀ ਰਿਐਕਸ਼ਨ ਦਿਖਾਇਆ ਹੈਗਾ, ਜਿਹੜਾ ਕਿ ਸਟੇਟ ਦੇ ਖਿਲਾਫ ਸਿੱਧਤ ਹੋਣਾ ਚਾਹੀਦਾ ਸੀਗਾ, ਪਰ ਬਦਕਿਸਮਤੀ ਨੂੰ ਉਹ ਜਿਹੜੇ 26 ਜਨਵਰੀ ਦੇ ਜੋ ਜਨਮਦਾਤਾ ਸੀਗੇ ਉਸ ਲਾਲ ਕਿਲ੍ਹਾ ਘਟਨਾਵਾਂ ਦੇ, ਉਹਨਾਂ ਨੂੰ ਗਦਾਰਤਾ ਕਹਿ ਦਿੱਤਾ ਗਿਆ, ਜਿਹੜਾ ਕਿ ਗਲਤ ਸੀਗਾ। ਦੁਸ਼ਮਣ ਤਾਂ ਮੋਦੀ ਸਰਕਾਰ ਹੀ ਹੈਗੀ ਹੈ, ਉਹਦੀ ਚਾਲ 'ਚ ਕੋਈ ਆਇਆ ਤਾਂ ਇਹੀ ਕਹਿਣਾ ਚਾਹੀਦਾ ਉਹਦੀ ਚਾਲ 'ਚ ਆਏ ਨੇ, ਉਹਦੇ ਜੋ ਨੈਟ ਜੋ ਉਹਨੇ ਜਿਹੜਾ ਸਿੱਧੂ ਸਾਹਿਬ ਮਿਸਟਰ ਦੀਪ ਸਿੱਧੂ ਆਪ ਕਹਿੰਦਾ ਕਿ ਇਹ ਸਰਕਾਰ ਦਾ ਨੈਟਵਰਕ ਸੀਗਾ, ਸਰਕਾਰ ਦੀ ਇਹ ਹੈ ਜੀ ਨੈਰੇਟਿਵ ਸੀਗਾ, ਅਤੇ ਸਰਕਾਰ ਦੀ ਇੱਕ ਅਸੀਂ ਟਰੈਪ 'ਚ ਫਸ ਗਏ ਹੈਗੇ। ਅਤੇ ਉਹ ਜਿਹੜਾ ਥੋੜ੍ਹੀਆਂ ਗਲਤੀਆਂ ਨਹੀਂ ਹੋਈਆਂ ਹੈਗੀਆਂ, ਹੁਣ ਹੌਲੀ ਮਿਸੀਆਂ ਜਾ ਰਹੀਆਂ। ਲੈਟ ਅਸ ਹੋਪ ਕਿ ਵਿਸ਼ ਐਜ਼ ਵੈਲ ਵਿਸ਼ਰ ਆਫ ਪੰਜਾਬ, ਵੈਲ ਵਿਸ਼ਰ ਆਫ ਕਿਸਾਨੀ, ਉਹਦੇ ਸ਼ੁਭ ਚਿੰਤਕ ਹੋਣ ਦੇ ਨਾਤੇ, ਪੰਜਾਬ ਦੇ ਹਿੰਦੁਸਤਾਨ ਦੇ ਲੋਕਾਂ ਦੇ ਸ਼ੁਭ ਚਿੰਤਕ ਹੋਣ ਦੇ ਨਾਤੇ, ਕਿਸਾਨੀ ਦੇ ਸ਼ੁਭ ਚਿੰਤਕ ਦੇ ਕਿ ਇਹ ਜਿਹੜੇ ਤਫਰਕੇ ਹੈਗੇ, ਜਿਹੜੇ ਦੋਨਾਂ 'ਚ ਬਕਾ ਫਰਕ ਹੈਗੇ ਆ, ਇਹ ਹੌਲੀ ਘਟਣ ਖਤਮ ਹੋਣ, ਔਰ ਪੰਜਾਬ ਇੱਕ ਮੁਸ਼ਤ ਇਹ ਮੋਦੀ ਸਰਕਾਰ ਦਾ ਜੋ ਫਾਸ਼ੀਵਾਦੀ ਹੱਲਾ ਹੈਗਾ, ਹੁਣ ਕਿਸਾਨੀ ਖਿਲਾਫ ਹੈਗਾ, ਪਹਿਲਾਂ ਕਿਸੇ ਹੋਰ ਖਿਲਾਫ ਸੀਗਾ, ਪਹਿਲਾਂ ਮੁਸਲਮਾਨਾਂ ਖਿਲਾਫ ਸੀਗਾ, ਉਸ ਤੋਂ ਪਹਿਲਾਂ ਹੋਰ ਕਿਸੇ ਦੇ ਖਿਲਾਫ ਸੀਗਾ, ਔਰ ਹੁਣ ਅੱਜ ਜੋ ਤੁਸੀਂ ਦੇਖੋ ਕਿ ਕਿੰਨੀ ਇੱਕ ਤਰਫਾ ਕਾਰਵਾਈਆਂ ਹੋ ਰਹੀਆਂ ਕਿ ਬੰਗਾਲ ਵਿੱਚ ਜਿਹੜਾ ਕਿ ਆਲਮੋਸਟ ਤਾਮਿਲਨਾਡੂ ਦੇ ਬਰਾਬਰ ਦਾ ਸੂਬਾ ਹੈਗਾ, 8 ਫੇਜ਼ ਇਲੈਕਸ਼ਨ ਹੋ ਰਿਹਾ, ਜਦ ਕਿ ਤਾਮਿਲਨਾਡੂ 1 ਫੇਜ਼ ਇਲੈਕਸ਼ਨ ਹੋ ਰਿਹਾ ਹੈਗਾ। ਸੋ ਇਸ ਤਰ੍ਹਾਂ ਦੇ ਜਿਹੜੇ ਜ਼ਿਆਦਾ ਧੱਕੇ ਹੈਗੇ ਆ ਸੰਵਿਧਾਨਕ ਸੰਸਥਾਵਾਂ ਰਾਹੀਂ ਵੀ ਹੋ ਰਹੇ ਹੈਗੇ ਆ, ਜਿਹੜੇ ਕਿ ਨਜਾਇਜ਼ ਹਰ ਇੱਕ ਨੂੰ ਚੁੱਭਦੇ ਹੈਗੇ ਆ। ਸੋ ਇੱਦਾਂ ਦੀ ਸੱਤਾ ਨਾਲ ਜਿਹੜਾ ਮੱਥਾ ਲੱਗਿਆ ਹੋਇਆ, ਉਹਦੇ ਪੰਜਾਬੀ ਲੋਕਾਂ ਦੀ ਏਕਤਾ, ਨੌਜਵਾਨ ਅਤੇ ਬਜ਼ੁਰਗਾਂ ਦੀ ਏਕਤਾ, ਜਿਹੜੇ ਨੌਜਵਾਨ ਵਰਸਸ ਬਜ਼ੁਰਗ, ਪੰਥ ਵਰਸਸ ਕਾਮਰੇਡ, ਜਿਹੜਾ ਇਹ ਨਰੇਟਿਵ ਹੈ, ਇਹ ਕੁੱਲ ਮਿਲਾ ਕੇ ਹਾਕਮਾਂ ਨੂੰ ਹੀ ਸਪੋਰਟ ਕਰੂਗਾ, ਮੋਦੀ ਨੂੰ ਹੀ ਸਪੋਰਟ ਕਰੂਗਾ। ਮੈਂ ਇਸ ਗੱਲ ਦਾ ਧਾਰਨੀ ਹੈ ਜੀ। ਸ਼ੁਕਰੀਆ, ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ। ਕਿਸਾਨ ਅੰਦੋਲਨ ਦੇ ਵਿਚਾਲੇ ਅਹਿਮ ਸਵਾਲ ਇਹੀ ਉੱਠਦਾ ਹੈ ਕਿ ਹਰ ਵਰਗ ਨੂੰ, ਭਾਵੇਂ ਉਹ ਨੌਜਵਾਨਾਂ ਦਾ ਹੋਵੇ, ਭਾਵੇਂ ਨਿਹੰਗ ਸਿੰਘ ਜਥੇਬੰਦੀਆਂ ਜਾਂ ਦਲਿਤ ਵਰਗ ਹੋਵੇ, ਸਾਰਿਆਂ ਨੂੰ ਕਿਸਾਨੀ ਝੰਡੇ ਦੇ ਥੱਲੇ ਬਹਿ ਕੇ ਕਿਸਾਨ ਅੰਦੋਲਨ ਦੀ ਪ੍ਰਾਪਤੀ ਜਾਂ ਜਿੱਤ ਦੇ ਵੱਲ ਵਧਣਾ ਚਾਹੀਦਾ ਆ। ਉਹਨਾਂ ਨੂੰ ਮੰਨਣਾ ਚਾਹੀਦਾ, ਜੋ ਕਿਸਾਨ ਲੀਡਰਸ਼ਿਪ ਕਹਿੰਦੇ ਨੇ, ਕੋਈ ਮਾੜੀ ਮੋਟੀ ਗੱਲ ਉੱਪਰ ਨੀਚੇ ਹੁੰਦੀ ਹੈ ਤਾਂ ਵਿੱਚ ਬਹਿ ਕੇ ਉੱਥੇ ਗੱਲਬਾਤ ਹੋ ਸਕਦੀ ਹੈ, ਬਜਾਏ ਇਸ ਦੇ ਕਿ ਬਾਹਰ ਆ ਕੇ ਰੌਲਾ ਰੱਪਾ ਪਾਇਆ ਜਾਵੇ। ਇਸ ਦੇ ਨਾਲ ਜਿਹੜਾ ਆ ਉਹ ਵਿਰੋਧੀਆਂ ਨੂੰ ਇੱਕ ਤਾਕਤ ਮਿਲਦੀ ਹੈ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਦੇਣ ਦੀ ਲੋੜ ਹੈ। ਇਸ ਸਭ ਦੇ ਉੱਤੇ ਅਸੀਂ ਚਰਚਾ ਕੀਤੀ ਹੈ। ਮੈਨੂੰ ਇਜਾਜ਼ਤ ਦਿਓ, ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਣ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।